पुरख निर्भौ निर्वैर अकाल मूर्त अजूनी सहभंग गुर प्रसाद। जप आद सच जुगाद सच है भी सच नानक होसी भी सच। या कर्ज गुप्तम पेश तो दर घोष कुन करतार हका कबीर करीम तू बेअब परवदगार। दुनिया मुकामे फानी तहकीक दिलदानी मम सर मुए अजराइल गिरफ्त दिल हेच नदानी। जन पिसर पदर बिरादरां कस नेश दस्तंगीर आखिर बेअफ्तम कश न दारद चूं शब्द तकबीर। सब रोज गस्तम दर हवा कर देम बदी ख्याल गाहे न नेकी कार करदम मम ईचनी अहवाल। बद बख्त हम चुप बखील गाफिल बेनजर बेबाक नानक बगोयत जन तुरा तेरे चाकरां पाखाक। वाहिगुरु साहिब जी। जल ते ओपत भई है कास्ट कास्ट अंग तरावै गो। राम जनाहर आप सवारे अपना बिरद रखावै गो। वाहिगुरु जी का खालसा वाहिगुरु जी की फतेह। परम सन्मान जो गुरु की साजी नवाजी हुई गुरु खालसा साध संगत जी आप जी गुरु चरनां च सुभाएमान हो के ਵੀਕਐਂਡ ਦੇ ਦੀਵਾਨ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਵੱਡੇ ਭਾਗਾਂ ਵਾਲੇ ਹੋ। ਆਪ ਜੀ ਨੇ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਕੋਲੋਂ ਕੀਰਤਨ ਸਰਵਣ ਕੀਤਾ ਹੈ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਵਾਹਿਗੁਰੂ ਦੀ ਕਿਰਪਾ ਨਾਲ ਸਾਵਣ ਦਾ ਮਹੀਨਾ ਸ਼ੁਰੂ ਹੋਇਆ ਹੈ ਔਰ ਉਸ ਮਹੀਨੇ ਵਿੱਚ ਸ਼ੁਰੂਆਤ ਵਿੱਚ ਹੀ ਆਪਾਂ ਸਾਰਿਆਂ ਨੇ ਮਹਾਨ ਸ਼ਹੀਦ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਅਤੇ ਮਨਾ ਰਹੇ ਹਾਂ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇੱਕ ਐਸੇ ਆਦਰਸ਼ ਹਨ ਸਾਡੇ ਪੰਥ ਵਿੱਚ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਖਸ਼ੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਹੈ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਐਸਾ ਦ੍ਰਿੜ ਨਿਸ਼ਚਾ ਐਸਾ ਪੱਕਾ ਵਿਸ਼ਵਾਸ ਗੁਰੂ ਮਹਾਰਾਜ ਦੇ ਬਚਨਾਂ 'ਤੇ ਗੁਰੂ ਕੇ ਖਾਲਸੇ ਦਾ ਹੋਣਾ ਚਾਹੀਦਾ ਹੈ। ਇਹ ਭਾਈ ਤਾਰੂ ਸਿੰਘ ਨੇ ਪੂਰੀ ਦੁਨੀਆ ਨੂੰ ਦਿਖਾ ਦਿੱਤਾ। ਉਹ ਕੈਸਾ ਸਮਾਂ ਸੀ ਜਦੋਂ ਸਾਧ ਸੰਗਤ ਜੀ ਜ਼ਕਰੀਆ ਖਾਨ ਪੰਜਾਬ ਦਾ ਗਵਰਨਰ ਬਾਰ-ਬਾਰ ਕਹਿੰਦਾ ਸੀ ਸਿਰ ਪਰ ਹੋਵੇਂ ਜਿਸ ਕੇ ਕੇਸ ਰਹਿਣ ਨਾ ਦੇਵੋ ਆਪਣੇ ਦੇਸ਼। ਜਿਹਦੇ ਸਿਰ 'ਤੇ ਕੇਸ ਦਾੜ੍ਹੀ ਹੋਣਗੇ ਮੈਂ ਆਪਣੇ ਦੇਸ਼ 'ਚ ਰਹਿਣ ਨਹੀਂ ਦੇਣਾ। 1725-26 ਤੋਂ ਲੈ ਕੇ 45 ਤੱਕ 20-22 ਸਾਲ ਇਸ ਜ਼ਾਲਮ ਨੇ ਰਾਜ ਕੀਤਾ ਪੰਜਾਬ ਉੱਤੇ। ਇੰਨਾ ਜ਼ੁਲਮ ਕੀਤਾ, ਇੰਨਾ ਉਹਨੇ ਸ਼ਹੀਦਾਂ ਦੇ ਸਿਰਾਂ ਦੇ ਬੁਰਜ ਉਸਾਰ ਦਿੱਤੇ। ਪੰਥ ਪ੍ਰਕਾਸ਼ ਵਿੱਚ ਲਿਖਿਆ ਕਈ ਚਰਖ ਕਈ ਫਾਂਸੀ ਮਾਰੇ ਕਈ ਤੋਪਨ ਕਈ ਛੁਰੀ ਕਟਾਰੇ ਕਈਆਂ ਕੇ ਸਿਰ ਮੁੰਗਲੀ ਕੂਟੇ ਕਈ ਡੋਬੇ ਕਈ ਘਸੀਟੇ। ਇੱਕ ਤਰੀਕੇ ਨਾਲ ਨਹੀਂ ਸੀ ਸਿੱਖਾਂ ਨੂੰ ਮਾਰਦੇ, 18 ਤਰੀਕੇ ਸੀਗੇ ਮਾਰਨ ਦੇ। ਕਿਸੇ ਨੂੰ ਚਰਖੜੀ 'ਤੇ ਚਾੜ ਕੇ ਉਹਦੀਆਂ ਹੱਡੀਆਂ ਚੂਰ ਕਰਕੇ ਉਹਨੂੰ ਤੜਫਾ ਤੜਫਾ ਕੇ ਮਾਰਨਾ। ਕਈਆਂ ਨੂੰ ਫਾਂਸੀ 'ਤੇ ਲਟਕਾ ਦੇਣਾ, ਕਈਆਂ ਨੂੰ ਤੋਪਾਂ ਦੇ ਅੱਗੇ ਉਡਾ ਦੇਣਾ, ਕਈਆਂ ਨੂੰ ਛੁਰੀਆਂ ਕਟਾਰਾਂ ਨਾਲ ਛੋਟਾ ਛੋਟਾ ਕਰਕੇ ਕੱਟ ਦੇਣਾ, ਵੱਢ ਦੇਣਾ। ਕਈਆਂ ਦਾ ਸਰੀਰ ਜੰਬੂਰਾਂ ਦੇ ਨਾਲ ਮਾਸ ਉਤਾਰ ਦੇਣਾ, ਗਰਮ ਜੰਬੂਰ ਕਰਕੇ ਬੋਟੀਆਂ ਉਤਾਰ ਦੇਣੀਆਂ। ਇਸ ਤੋਂ ਇਲਾਵਾ 7 ਸਿੰਘਾਂ ਦੀ ਸ਼ਹੀਦੀ ਹੋਈ ਹੈ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਨਾ। ਭੱਟਾਂ ਦੇ ਸਵਈਏ ਭੱਟ ਭਿੱਖਾ ਜੀ ਦੀ ਔਲਾਦ ਵਿੱਚੋਂ 7 ਸਿੰਘ ਹੋਏ ਨੇ
ਜ਼ਕਰੀਆ ਖਾਨ ਨੇ ਟੋਆ ਪੱਟ ਕੇ ਬਹੁਤ ਡੂੰਘਾ, ਜਿਵੇਂ ਆਪਾਂ ਘਰ 'ਚ ਕੋਈ ਖੂਹ ਪੱਟਦੇ ਹਾਂ, ਟੋਆ ਪੱਟਦੇ ਹਾਂ, ਮਿੱਟੀ ਪੱਟ ਕੇ 7 ਸਿੰਘਾਂ ਨੂੰ ਥੱਲੇ ਲੰਮਿਆਂ ਪਾ ਕੇ ਉੱਤੇ ਮਿੱਟੀ ਪਾ ਦਿੱਤੀ ਜਿਉਂਦਿਆਂ ਦੇ ਉੱਤੇ। ਕਹਿੰਦਾ ਮੈਂ ਤੁਹਾਡੀਆਂ ਜਿਉਂਦਿਆਂ ਦੀਆਂ ਕਬਰਾਂ ਬਣਾ ਦਿਆਂਗਾ। ਉਹ 7 ਸਿੰਘ ਕਿਵੇਂ ਸ਼ਹੀਦ ਹੋਏ ਹੋਣਗੇ ਤੁਸੀਂ ਅੰਦਾਜ਼ਾ ਲਾਓ, ਜਿਨ੍ਹਾਂ ਦੇ ਉੱਤੇ ਮਣਾ ਮੂੰਹ ਮਿੱਟੀ ਪੈ ਜਾਵੇ ਅਤੇ ਕਿਵੇਂ ਸਵਾਸ ਨਿਕਲਦੇ ਹਨ, ਕਿਵੇਂ ਬੰਦੇ ਦੀ ਜਾਨ ਤੜਫਦੀ ਹੈ। ਇੱਦਾਂ ਉਹ ਸ਼ਹੀਦ ਕਰਦਾ ਸੀ ਜ਼ਕਰੀਆ ਖਾਨ। ਭਾਈ ਮਨੀ ਸਿੰਘ ਦੇ ਨਾਲ ਭਾਈ ਗੁਲਜ਼ਾਰਾ ਸਿੰਘ ਦੀ ਪੁੱਠੀ ਖੱਲ ਉਤਾਰ ਦਿੱਤੀ। ਜਿਵੇਂ ਲੋਕ ਬੱਕਰੇ ਦੀ ਖੱਲ ਲਾਹੁੰਦੇ ਹੈ ਨਾ, ਇੱਦਾਂ ਉਹਨੇ ਸਿੰਘਾਂ ਦੀਆਂ ਖੱਲਾਂ ਲਾਹੀਆਂ ਪੁੱਠੀਆਂ। ਇੱਕ ਨਹੀਂ, ਬਹੁਤ ਸਾਰੇ ਤਰੀਕਿਆਂ ਨਾਲ ਉਸ ਜ਼ਾਲਮ ਨੇ ਸਿੱਖੀ ਨੂੰ ਖਤਮ ਕਰਨ ਦੇ ਯਤਨ ਕੀਤੇ। ਅਤੇ ਉਹਦੇ ਰਾਜ ਵਿੱਚ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਪੂਲੇ ਪਿੰਡ ਵਿੱਚ ਨਿਵਾਸ ਕਰਦੇ। ਇੱਕ ਉਹਨਾਂ ਦੀ ਮਾਤਾ ਜੀ, ਇੱਕ ਉਹਨਾਂ ਦੀ ਭੈਣ ਬੀਬੀ ਤਾਰੋ, ਤਿੰਨੇ ਹੀ ਜੀ ਸਨ। ਪਿਤਾ ਜੀ ਜੰਗਾਂ ਯੁੱਧਾਂ 'ਚ ਸ਼ਹੀਦ ਹੋ ਗਏ ਸਨ ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਛੱਡ ਕੇ। ਅਤੇ ਮਾਤਾ ਜੀ ਆਪਣੇ ਪੁੱਤਰ ਤਾਰੂ ਸਿੰਘ ਨੂੰ ਗੁਰਬਾਣੀ ਦੀ ਗੁੜਤੀ ਦਿੱਤੀ, ਕੀਰਤਨ ਸਿਖਾਇਆ, ਬਾਣੀ ਪੜ੍ਹਨੀ ਸਿਖਾਈ, ਨਾਮ ਜਪਣਾ, ਨਿਤਨੇਮ ਕਰਨਾ, ਰਹਿਤ ਬਹਿਤ 'ਚ ਧਾਰ ਪਰਪੱਕ ਰਹਿਣਾ, 10 ਨੋਹਾਂ ਦੀ ਕਿਰਤ ਕਰਨੀ ਅਤੇ ਵੰਡ ਕੇ ਛਕਣਾ। ਜੋ ਗੁਰਸਿੱਖੀ ਦਾ ਸਾਧ ਸੰਗਤ ਜੀ ਮੁੱਢਲਾ ਅਸੂਲ ਹੈ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਭਾਈ ਤਾਰੂ ਸਿੰਘ ਜੀ ਆਪਣੇ ਨਗਰ ਦੇ ਵਿੱਚ ਰਹਿ ਕੇ 10 ਨੋਹਾਂ ਦੀ ਕਿਰਤ ਕਰਦੇ, ਆਪਣੀ ਖੇਤੀਬਾੜੀ ਵਿੱਚੋਂ ਜਿਹੜੀ ਫਸਲ ਬਣਦੀ ਉਹਦੇ ਨਾਲ ਗੱਫਾ ਪ੍ਰਸ਼ਾਦਾ ਤਿਆਰ ਕਰਕੇ ਆਏ ਗਏ ਸਾਧੂ ਸੰਤ ਗਰੀਬ ਗੁਰਬੇ ਨੂੰ, ਗੁਰੂ ਕੇ ਪਿਆਰਿਆਂ ਨੂੰ, ਸੰਗਤਾਂ ਨੂੰ, ਕੋਈ ਹਿੰਦੂ ਮੁਸਲਮਾਨ ਕੋਈ ਇਨਸਾਨ ਆ ਜਾਵੇ ਉਹਨੂੰ ਪ੍ਰਸ਼ਾਦਾ ਬਿਨਾਂ ਵਿਤਕਰੇ ਦੇ ਛਕਾਉਂਦੇ। ਰਾਤ ਨੂੰ ਗੱਫੇ ਤਿਆਰ ਕਰਕੇ, ਦਾਲਾਂ ਤਿਆਰ ਕਰਕੇ, ਜਿੱਥੇ ਖਾਲਸਾ ਜੰਗਲਾਂ 'ਚ ਹੁੰਦਾ ਸੀ, ਗੁਰੂ ਦੀਆਂ ਲਾਡਲੀਆਂ ਫੌਜਾਂ, ਗੁਰੂ ਕੇ ਸਿੰਘ ਘੋੜਿਆਂ ਦੀਆਂ ਕਾਠੀਆਂ 'ਤੇ ਸਾਧ ਸੰਗਤ ਜੀ 100 ਸਾਲ ਰਹੇ ਹਨ। ਅੱਜ ਕੱਲ੍ਹ ਜਿਨ੍ਹਾਂ ਨੇ ਕੁਝ ਕੀਤਾ ਨਹੀਂ ਉਹ ਪੁੱਛਦੇ ਨੇ ਇਹਨਾਂ ਨਿਹੰਗਾਂ ਸਿੰਘਾਂ ਨੇ ਕੀ ਕੀਤਾ ਹੈ। ਖਾਲਸਾ ਜੀ 18ਵੀਂ ਸਦੀ ਦੇ ਵਿੱਚ ਗੁਰੂ ਦੇ ਸਿੰਘਾਂ ਨੇ ਸੀਸ ਤਲੀ 'ਤੇ ਧਰ ਕੇ ਜ਼ਾਲਮਾਂ ਨਾਲ, ਪਹਿਲਾਂ ਮੁਗਲਾਂ ਨਾਲ, ਫਿਰ ਪਠਾਣਾਂ ਨਾਲ ਖੰਡਾ ਖੜਕਾਇਆ। ਬੜੇ ਬੜੇ ਭਿਆਨਕ ਯੁੱਧ ਲੜੇ ਨੇ ਅਤੇ ਉਹਨਾਂ ਯੁੱਧਾਂ ਦੇ ਵਿੱਚ ਆਪਣੇ ਪਰਿਵਾਰ, ਬੱਚੇ, ਪੀੜ੍ਹੀਆਂ ਖਤਮ ਕਰਵਾ ਲਈਆਂ। 5 ਪੀੜ੍ਹੀਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਜੰਗਾਂ 'ਚ ਰਹੀਆਂ। ਪੜਦਾਦਾ ਬੁੱਢਾ ਸਿੰਘ, ਦਾਦਾ ਨੌਧ ਸਿੰਘ, ਪਿਓ ਦਾਦਾ ਚੜ੍ਹ ਸਿੰਘ, ਪੜਦਾਦਾ ਨੌਧ ਸਿੰਘ, ਲਗੜਦਾਦਾ ਬੁੱਢਾ ਸਿੰਘ, ਪਿਤਾ ਮਾਹ ਸਿੰਘ ਅਤੇ ਰਣਜੀਤ ਸਿੰਘ ਅੱਗੇ ਉਹਦੇ ਪੁੱਤਰ ਵੀ। ਖਾਲਸੇ ਦਾ ਰਾਜ ਐਵੇਂ ਨਹੀਂ ਕਾਇਮ ਹੋਇਆ। ਉਹਨਾਂ ਸ਼ਹੀਦਾਂ ਸਿੰਘਾਂ ਨੇ ਘੋੜਿਆਂ ਦੀਆਂ ਕਾਠੀਆਂ 'ਤੇ ਨੰਗੇ ਪਿੰਡੇ ਨੰਗੀ ਤੇਗ ਚਲਾਈ, ਜ਼ੁਲਮ ਦਾ ਟਾਕਰਾ ਕੀਤਾ ਅਤੇ ਖਾਲਸਾ ਜੀ ਜੰਗਲਾਂ 'ਚ ਰਹਿੰਦੇ ਸੀ। ਅੱਜ ਦੀ ਤਰ੍ਹਾਂ ਘਰਾਂ ਵਿੱਚ ਏਸੀ ਕਮਰਿਆਂ 'ਚ ਨਹੀਂ ਸੀ ਰਹਿੰਦੇ। ਇੱਕ ਜੰਗੀਆ, ਇੱਕ ਸਿਰ ਪਟਕਾ ਅਤੇ ਭੂਰੇ ਗਾਤੀ ਬਾਣਾ ਜਟਕਾ, ਪੰਥ ਪ੍ਰਕਾਸ਼ ਲਿਖਿਆ। ਇੱਕ ਕਛਹਿਰਾ, ਇੱਕ ਦਸਤਾਰ ਅਤੇ ਨੰਗੀ ਤੇਗ ਅਤੇ ਨੰਗੀ ਪਿੱਠ ਦੇ ਉੱਤੇ ਵਾਰ ਸਹਿਣੇ ਅਤੇ ਮਾਰਨੇ। ਉਸ ਵੇਲੇ ਖਾਲਸਾ ਜੰਗਲਾਂ ਵਿੱਚ ਭਾਈ ਤਾਰੂ ਸਿੰਘ ਜੀ ਨੇ ਰੋਜ਼ ਗੱਫਾ ਤਿਆਰ ਕਰਕੇ ਉਹਨਾਂ ਨੂੰ ਪਹੁੰਚਾਉਣਾ। ਭੈਣ ਅਤੇ ਮਾਤਾ ਲੰਗਰ ਤਿਆਰ ਕਰ ਦਿੰਦੀਆਂ ਅਤੇ ਤਾਰੂ ਸਿੰਘ ਬਚਾ ਹੁੰਦਾ। ਅੱਜ ਸ਼ਾਮ ਨੂੰ ਰਹਿ ਰਾਸ ਦਾ ਪਾਠ ਕਰ ਰਹੇ ਨੇ, ਲੰਗਰ ਤਿਆਰ ਹੋ ਰਿਹਾ। ਇੱਕ ਰਾਹਗੀਰ ਮੁਸਲਮਾਨ ਜਾਤ ਦਾ ਮਾਛੀ ਆ ਕੇ ਬੈਠ ਗਿਆ, ਬੜਾ ਨਿੰਮੋ ਝੂਣਾ ਜਿਹਾ ਹੋਇਆ, ਸਿਰ ਦੀ ਪੱਗ ਢੱਠੀ ਹੋਈ ਹੈ, ਚਿਹਰੇ ਦਾ ਰੰਗ ਉੱਡਿਆ ਹੋਇਆ, ਬੁੱਲ੍ਹਾਂ 'ਤੇ ਸਿਕਰੀ ਜੰਮੀ ਹੋਈ ਹੈ, ਬੜਾ ਉਦਾਸ। ਭਾਈ ਤਾਰੂ ਸਿੰਘ ਨੇ ਰਹਿ ਰਾਸ ਦਾ ਭੋਗ ਪਾ ਕੇ ਪੁੱਛਿਆ, ਬਾਪੂ ਜੀ ਕਿੱਥੋਂ ਆਏ ਹੋ ਅਤੇ ਤੁਹਾਡੇ ਚਿਹਰੇ ਦੇ ਉੱਤੇ ਜਿਹੜੀ ਉਦਾਸੀ ਇਹਦਾ ਕਾਰਨ ਕੀ ਹੈ? ਉਹਨੇ ਆਖਿਆ, ਮੈਂ ਪੱਟੀ ਦਾ ਰਹਿਣ ਵਾਲਾ ਗਰੀਬ ਹਾਂ, ਜਾਤ ਦਾ ਮਾਛੀ ਮੁਸਲਮਾਨ। ਮੇਰੀ 18 ਸਾਲ ਦੀ ਨੌਜਵਾਨ ਲੜਕੀ ਨੂੰ ਪੱਟੀ ਦੇ ਨਵਾਬ ਨੇ ਚੁੱਕ ਲਿਆ ਹੈ। ਬੜੇ ਮਿੰਨਤਾਂ ਤਰਲੇ ਕੀਤੇ ਆ,
ਉਹ ਮੇਰੀ ਲੜਕੀ ਵਾਪਸ ਨਹੀਂ ਦਿੰਦਾ। ਮੈਂ ਜ਼ਕਰੀਆ ਖਾਨ ਕੋਲ ਲਾਹੌਰ ਗਿਆ ਸੀ। ਨਵਾਬ ਅੱਗੇ ਜਾ ਕੇ ਬੇਨਤੀ ਕੀਤੀ ਹੈ ਵੀ ਤੇਰੀ ਗੱਲ ਮੰਨ ਲੇਗਾ, ਤੂੰ ਮੇਰੀ ਬੱਚੀ ਮੈਨੂੰ ਵਾਪਸ ਦਵਾ ਦੇ। ਅੱਗੋਂ ਉਹਨੇ ਵੀ ਮੈਨੂੰ ਟੀਚਰਾਂ ਕੀਤੀਆਂ ਨੇ, ਕਹਿੰਦਾ ਤੇਰੀ ਲੜਕੀ ਤਾਂ ਅਮੀਰਾਂ ਦੇ ਘਰ, ਨਵਾਬਾਂ ਦੇ ਘਰ ਰਾਣੀ ਬਣ ਕੇ ਰਹੇਗੀ, ਤੂੰ ਕੀ ਕਰਨਾ, ਛੱਡ ਪਰੇ ਹੁਣ। ਇਸ ਤਰ੍ਹਾਂ ਮੈਂ ਹੁਣ ਸਾਰੇ ਪਾਸੋਂ ਨਿਰਾਸ਼ ਹਾਂ। ਉਹਨੇ ਆਖਿਆ ਬਾਪੂ ਜੀ ਪ੍ਰਸ਼ਾਦਾ ਤੇ ਛਕ ਲਓ, ਫਿਰ ਤੁਹਾਨੂੰ ਤੁਹਾਡੀ ਗੱਲ ਸੁਣਾਂਗੇ। ਕਹਿੰਦਾ ਮੈਂ ਪ੍ਰਸ਼ਾਦਾ ਕੀ ਛਕਾਂ, ਮੇਰੇ ਅੰਦਰ ਪ੍ਰਸ਼ਾਦਾ ਲੰਘਦਾ ਹੀ ਨਹੀਂ। ਭਾਈ ਤਾਰੂ ਸਿੰਘ ਜੀ ਨੇ ਹੌਸਲਾ ਦਿੱਤਾ, ਦਿਲਾਸਾ ਦਿੱਤਾ, ਪ੍ਰਸ਼ਾਦਾ ਛਕਾਇਆ ਤੇ ਨਾਲ ਆਖਿਆ ਜੇ ਗੁਰੂ ਨੂੰ ਪਾਇਆ ਤੇਰੀ ਲੜਕੀ ਸਵੇਰੇ ਘਰ ਆ ਜਾਏਗੀ। ਰਾਤ ਨੂੰ ਜਿਹੜੇ ਜੁਝਾਰੂ ਸਿੰਘ ਗੁਰੂ ਕੇ ਪਿਆਰੇ ਜੰਗਲਾਂ ਵਿੱਚੋਂ ਨਿਕਲੇ, ਪ੍ਰਸ਼ਾਦਾ ਛਕਣ ਆਏ, ਉਹਨਾਂ ਨੂੰ ਗੱਫਾ ਛਕਾਇਆ ਤੇ ਨਾਲ ਦੱਸਿਆ ਵੀ ਐਦਾਂ ਦਾ ਇੱਕ ਵਾਕਿਆ ਹੈ। ਉਹਨਾਂ ਸਿੰਘਾਂ ਨੇ ਹਰੌਲ ਦਸਤਾ ਭੇਜ ਕੇ ਫਟਾਫਟ ਰਾਤੋਂ ਰਾਤ ਹੀ ਪੱਟੀ ਦੇ ਨਵਾਬ ਨੂੰ ਸੋਧਾ ਲਾ ਕੇ ਬੱਚੀ ਨੂੰ ਆਪਣੇ ਪਿਤਾ ਜੀ ਕੋਲ ਪਹੁੰਚਾ ਕੇ ਤੇ ਉੱਥੇ ਸਫਾਈ ਕਰ ਦਿੱਤੀ। ਪਰ ਹੁਣ ਜਿਹੜੀ ਗੱਲ ਇਹ ਘਟਨਾ ਵਾਪਰ ਗਈ, ਪੱਟੀ ਦੇ ਨਵਾਬ ਦਾ ਕਤਲ ਹੋਣਾ ਪੂਰੇ ਪੰਜਾਬ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਸੀ, ਸਰਕਾਰ ਵਾਸਤੇ ਵੀ ਚਿੰਤਾ ਦਾ ਵਿਸ਼ਾ ਸੀ। ਜ਼ਕਰੀਆ ਖਾਨ ਨੂੰ ਪਤਾ ਲੱਗਾ। ਜਦੋਂ ਇਸ ਗੱਲ ਦੀ ਖੋਜ ਕੀਤੀ ਗਈ ਤਾਂ ਸਾਧ ਸੰਗਤ ਜੀ ਸਾਡੇ ਆਪਣੇ ਵਿੱਚ ਹੀ ਹਮੇਸ਼ਾ ਗਦਾਰ ਹੁੰਦੇ ਆਏ। ਹਰ ਭਗਤ ਨਿਰੰਜਨੀਆ ਜੰਡਿਆਲੇ ਵਾਲਾ, ਇਹਦੇ ਵੱਡੇ ਵਡੇਰੇ ਗੁਰੂ ਘਰ ਤੋਂ ਬਖਸ਼ਿਸ਼ ਲਈ ਸੀ। ਬਾਬਾ ਹੰਦਾਲ ਜੀ ਹੋਏ ਨੇ ਜੰਡਿਆਲੇ ਦੇ। ਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਲੰਗਰ 'ਚ ਆਟਾ ਗੁੰਨਣ ਦੀ ਸੇਵਾ ਕਰਿਆ ਕਰਦੇ ਸਨ। ਜਦੋਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਲੰਗਰ 'ਚ ਗੇੜਾ ਮਾਰਨ ਆਏ, ਉਦੋਂ ਬਾਬਾ ਹੰਦਾਲ ਆਟਾ ਗੁੰਨ ਰਹੇ ਸੀ ਤੇ ਹੱਥ ਆਟੇ ਨਾਲ ਲਿਬੜੇ ਹੋਏ ਸੀ। ਉਹਨਾਂ ਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਣਾ ਸੀ, ਹੱਥ ਪਿੱਛੇ ਕਰ ਲਏ ਤੇ ਗੁਰੂ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕਿਆ। ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ, ਬਾਬੇ ਹੰਦਾਲ ਦੀ ਗੱਦੀ ਚੱਲ ਗਈ। ਬਾਬੇ ਹੰਦਾਲ ਦੇ ਗੱਦੀ ਵਾਲੇ ਜਿਹੜੇ ਸੀ ਉਹ ਅਜੇ ਤੱਕ ਹੱਥ ਪਿੱਛੇ ਕਰਕੇ ਮੱਥਾ ਟੇਕਦੇ ਆ, ਉਹਨਾਂ ਦੀ ਪਰੰਪਰਾ ਚਲੀ ਆਉਂਦੀ। ਪਰ ਬਾਬੇ ਹੰਦਾਲ ਦਾ ਪੋਤਰਾ ਅੱਗੇ ਉਹਦੀ ਹੋਰ 3-4 ਪੀੜ੍ਹੀਆਂ ਸਿੱਖੀ ਦੇ ਉਲਟ ਹੋ ਗਈਆਂ, ਆਪਣੀ ਗੱਦੀ ਵੱਖਰੀ ਚਲਾ ਲਈ, ਆਪਣੇ ਆਪ ਨੂੰ ਗੁਰੂ ਨਾਨਕ ਤੋਂ ਵੀ ਵੱਡੇ ਕਹਾਉਣ ਲੱਗ ਪਏ। ਜਨਮ ਸਾਖੀ ਵਿੱਚ ਵੀ ਉਹਨਾਂ ਨੇ ਹੀ ਵਿਗਾੜ ਪਾਇਆ ਸੀ। ਜਨਮ ਸਾਖੀ ਦੇ ਵਿੱਚ ਬਾਬੇ ਹੰਦਾਲ ਨੂੰ ਗੁਰੂ ਨਾਨਕ ਤੋਂ ਵੀ ਵੱਡਾ ਸ਼ੋਅ ਕਰਨ ਵਾਲੀਆਂ ਗੱਲਾਂ ਲਿਖ ਦਿੱਤੀਆਂ। ਹੋਰ ਵੀ ਕਈ ਮਨਮੱਤ ਦੇ ਬਚਨ ਲਿਖ ਦਿੱਤੇ। ਉਸੇ ਗੱਦੀ ਦੇ ਉੱਤੇ ਜਦੋਂ ਭਾਈ ਤਾਰੂ ਸਿੰਘ ਦਾ ਸਮਾਂ ਸੀ 1745-46 ਦਾ, ਹਰ ਭਗਤ ਨਿਰੰਜਨੀਆ ਬੈਠਾ ਹੋਇਆ ਸੀ। ਉਹ ਸਰਕਾਰ ਦਾ ਟੌਟ ਸੀ ਤੇ ਇੱਦਾਂ ਦੀਆਂ ਸੂਹਾਂ ਲੈ ਕੇ ਪਿੰਡਾਂ 'ਚੋਂ ਵੀ ਕਿਹੜੇ ਪਿੰਡ 'ਚ ਕਿੰਨੇ ਸਿੱਖ ਰਹਿੰਦੇ ਨੇ, ਕਿਹੜੇ ਪਿੰਡ ਦੇ ਸਿੱਖ ਕਿੱਦਾਂ ਦੇ ਵਿਚਾਰ ਰੱਖਦੇ ਨੇ, ਕਿਹੜੇ ਸਿੱਖ ਖਾੜਕੂ ਨੇ, ਕਿਹੜੇ ਉਹਨਾਂ ਦੇ ਮਦਦਗਾਰ ਨੇ, ਸਰਕਾਰ ਨੂੰ ਰਿਪੋਰਟਾਂ ਕਰਿਆ ਕਰਦਾ ਸੀ। ਪੱਟੀ ਦੇ ਨਵਾਬ ਦਾ ਕਤਲ ਹੋਣ 'ਤੇ ਉਹਦੀ ਜਦੋਂ ਪੌਣ ਛਾਣ ਹੋਈ, ਉਹਦੇ ਵਿੱਚ ਭਾਈ ਤਾਰੂ ਸਿੰਘ ਦਾ ਨਾਮ ਹਰ ਭਗਤ ਨਿਰੰਜਨੀਏ ਨੇ ਲਿਆ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਜਦੋਂ ਪਿੰਡ ਤੋਂ ਲੈ ਗਏ ਸਨ, ਉਹਨਾਂ ਦੀ ਭੈਣ ਜੀ ਨੂੰ ਵੀ ਨਾਲ ਗ੍ਰਿਫਤਾਰ ਕੀਤਾ ਸੀ, ਬੀਬੀ ਤਾਰੋ ਨੂੰ। ਭੈਣ ਭਰਾ ਦੋਵਾਂ ਨੂੰ ਫੜ ਕੇ ਪੜਾਣੇ ਪਿੰਡ ਦਾ ਜਿਹੜਾ ਠਾਣਾ ਸੀ, ਜਿੱਥੋਂ ਦਾ ਭਾਈ ਬੋਤਾ ਸਿੰਘ ਜੀ ਹੋਏ ਨੇ, ਉਹ ਪੜਾਣਾ ਪਿੰਡ ਜਿਹੜਾ ਹੁਣ ਲਾਹੌਰ ਦੇ ਇਲਾਕੇ 'ਚ ਰਹਿ ਗਿਆ ਪਾਕਿਸਤਾਨ ਵੱਲ, ਉੱਥੇ ਸਾਧ ਸੰਗਤ ਜੀ ਇਹ ਠਾਣਾ ਸੀ ਪੁਲਿਸ ਦਾ। ਉੱਥੇ ਰਾਤ ਭਾਈ ਤਾਰੂ ਸਿੰਘ ਨੂੰ ਤੇ ਬੀਬੀ ਤਾਰੋ ਨੂੰ ਇਹਨਾਂ ਨੇ ਰੱਖਿਆ। ਜਿਹੜੇ ਪਿੰਡ ਦੇ ਸਿੱਖ ਸਨ ਜਾਂ ਕੋਈ ਸਹਿਜਧਾਰੀ ਪਿਆਰੇ ਸਨ, ਭਾਈ ਤਾਰੂ ਸਿੰਘ ਦੇ ਮਿੱਤਰ ਸਨ, ਉਹਨਾਂ ਨੇ ਪੁਲਿਸ ਵਾਲਿਆਂ ਨੂੰ ਪੈਸੇ ਦੇ ਲੈ ਕੇ ਸਮਝਾ ਬੁਝਾ ਕੇ ਬੀਬੀ ਤਾਰੋ ਤਾਂ ਛੁਡਾ ਲਈ ਸੀ ਵੀ ਬੱਚੀ ਦਾ ਕੋਈ ਕਸੂਰ ਨਹੀਂ, ਬੀਬੀ ਨੂੰ ਕਿਉਂ ਲੈ ਚੱਲੇ ਹੋ। ਬੀਬੀ ਤਾਂ ਛੁਡਾ ਲਈ, ਪਰ ਭਾਈ ਤਾਰੂ ਸਿੰਘ ਨੂੰ ਜਦੋਂ ਛੁਡਾਉਣ ਦੀ ਗੱਲ ਕਹੀ ਤੇ ਉਹ ਕਹਿੰਦੇ ਨਹੀਂ ਖਾਲਸਾ ਜੀ, ਸਾਨੂੰ ਛੁਡਾਓ ਨਾ। ਸਿੰਘਾਂ ਨੇ ਆਖਿਆ ਭਾਈ ਸਾਹਿਬ ਤੁਹਾਨੂੰ ਕਿਉਂ ਨਾ ਛੁਡਾਈਏ, ਤੁਸੀਂ ਕਿਹੜਾ ਕੋਈ ਕਤਲ ਕੀਤਾ, ਕੋਈ ਦੋਸ਼ ਕੀਤਾ, ਕੋਈ ਗੁਨਾਹ ਕੀਤਾ।
ਇਹ ਜ਼ਾਲਮ ਸਰਕਾਰ ਹੈ, ਤੁਹਾਡੇ ਵਰਗੇ ਪਰਉਪਕਾਰੀ ਨੌਜਵਾਨਾਂ ਨੂੰ ਸ਼ਹੀਦ ਕਰ ਦਿੰਦੀ ਹੈ। ਅਸੀਂ ਤੁਹਾਨੂੰ ਇੱਥੇ ਪੈਸਿਆਂ ਨਾਲ ਛੁਡਾ ਲਈਏ, ਜਾਂ ਜੇ ਪੈਸੇ ਲੈ ਕੇ ਵੀ ਨਹੀਂ ਛੱਡਦੇ ਤੇ ਖਾਲਸੇ ਨੂੰ ਖਬਰ ਕਰ ਦਿੰਦੇ, ਉਹ ਤੁਹਾਨੂੰ ਹਮਲਾ ਕਰਕੇ ਰਸਤੇ 'ਚੋਂ ਛੁਡਾ ਕੇ ਲੈ ਜਾਣਗੇ। ਭਾਈ ਸਾਹਿਬ ਕਹਿੰਦੇ ਨਹੀਂ, ਨਾ ਸਾਨੂੰ ਪੈਸੇ ਦੇ ਕੇ ਛੁਡਾਓ ਤੇ ਨਾ ਸਾਨੂੰ ਕਿਸੇ ਹੋਰ ਤਰੀਕੇ ਨਾਲ ਛੁਡਾਓ। ਕਹਿੰਦੇ ਕੀ ਗੱਲ ਭਾਈ ਸਾਹਿਬ, ਤੁਸੀਂ ਛੁਡਾਉਣਾ ਕਿਉਂ ਨਹੀਂ ਚਾਹੁੰਦੇ? ਜ਼ਾਲਮ ਦੀ ਕੈਦ ਵਿੱਚੋਂ ਬਾਹਰ ਕਿਉਂ ਨਹੀਂ ਆਉਣਾ ਚਾਹੁੰਦੇ? ਭਾਈ ਸਾਹਿਬ ਕਹਿਣ ਲੱਗੇ, ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਨਾ ਮੁਗਲਾਂ ਨੂੰ ਰਾਜ ਦਿੱਤਾ ਸੀ, ਅਸੀਂ ਆਪਣੇ ਸੀਸ ਦੇ ਕੇ ਵਾਪਸ ਲੈਣਾ ਹੈ। ਬੜੀ ਲੰਮੀ ਚੌੜੀ ਕਥਾ ਭਾਈ ਤਾਰੂ ਸਿੰਘ ਜੀ ਨੇ ਉਸ ਵੇਲੇ ਸਿੰਘਾਂ ਨੂੰ ਸੁਣਾਈ ਸੀ, ਜਿਹੜੀ ਪੰਥ ਪ੍ਰਕਾਸ਼ ਵਿੱਚ ਬੜੇ ਵਿਸਥਾਰ ਨਾਲ ਸਾਧ ਸੰਗਤ ਜੀ ਆਪ ਜੀ ਸੁਣਦੇ ਹੋ। ਹੁਣ ਇੰਟਰਨੈਟ ਦੇ ਉੱਤੇ ਪੰਥ ਪ੍ਰਕਾਸ਼ ਦੀ ਕਥਾ ਪਈ ਹੈ। ਭਾਈ ਤਾਰੂ ਸਿੰਘ ਨੇ ਦੱਸਿਆ ਸੀ ਵੀ ਕਿਵੇਂ ਬਾਬਰ ਨੇ ਗੁਰੂ ਨਾਨਕ ਦੇਵ ਜੀ ਕੋਲੋਂ ਰਾਜ ਮੰਗਿਆ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਰਾਜ ਦਿੱਤਾ ਸੀ, ਤੇ ਇਹ ਰਾਜ ਹੁਣ ਅਸੀਂ ਵਾਪਸ ਲੈਣਾ, ਸ਼ਹੀਦੀਆਂ ਪਾ ਕੇ ਲੈਣਾ, ਇਹਨਾਂ ਨੂੰ ਝੂਠੇ ਕਰਕੇ ਮਾਰਨਾ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਲਿਜਾਇਆ ਗਿਆ, ਜ਼ਕਰੀਏ ਦੇ ਪੇਸ਼ ਕੀਤਾ ਗਿਆ। ਬੜੀਆਂ ਉਹਨਾਂ ਨੂੰ ਲਾਲਚ ਵੀ ਦਿੱਤੇ ਗਏ ਤੇ ਡਰਾਵੇ ਵੀ ਦਿੱਤੇ ਗਏ, ਬੜੇ ਤਸੀਹੇ ਦਿੱਤੇ ਗਏ, ਚਰਖੜੀ 'ਤੇ ਚਾੜ ਕੇ ਵੀ ਉਹਨਾਂ ਦੇ ਸਰੀਰ ਦੇ ਅੰਗ ਤੋੜੇ ਗਏ। ਸਾਰੇ ਪੰਜਾਬ ਵਿੱਚ ਇਹ ਖਬਰ ਫੈਲ ਗਈ ਵੀ ਸੰਤ ਸਰੂਪ ਭਾਈ ਤਾਰੂ ਸਿੰਘ ਨੂੰ ਵੀ ਜ਼ਾਲਮ ਸਰਕਾਰ ਲਾਹੌਰ ਤਸੀਹੇ ਦੇ ਰਹੀ ਹੈ। ਉੱਧਰੋਂ ਭਾਈ ਮਤਾਬ ਸਿੰਘ ਜੀ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਸੰਨ 1740 ਦੇ ਵਿੱਚ, ਉਦੋਂ ਦੇ ਹੀ ਬਾਹਰ ਭਗੌੜੇ ਰਹਿ ਰਹੇ ਸਨ, ਕਿਉਂਕਿ ਸਿੰਘਾਂ ਨੂੰ ਪਿੰਡਾਂ ਘਰਾਂ 'ਚ ਰਹਿਣ ਦਾ ਉਦੋਂ ਕੋਈ ਆਰਡਰ ਨਹੀਂ ਸੀ। ਜਿੱਥੇ ਸਿੰਘ ਮਿਲਦਾ ਸੀ ਗੋਲੀ ਮਾਰ ਦਿੰਦੇ ਸਨ। ਸਿਰ ਪਰ ਹੋਵੇਂ ਜਿਸਕੇ ਕੇਸ, ਰਹਿਣ ਨਾ ਦੇਵੋਂ ਆਪਣੇ ਦੇਸ਼। ਭਾਈ ਮਤਾਬ ਸਿੰਘ ਨੂੰ ਪਤਾ ਲੱਗਾ ਵੀ ਤਾਰੂ ਸਿੰਘ ਗ੍ਰਿਫਤਾਰ ਹੋ ਗਏ ਨੇ, ਬੜੇ ਮਹਾਂਪੁਰਸ਼ ਸਾਧੂ ਬੰਦਗੀ ਵਾਲੇ। ਕਹਿੰਦੇ ਉਹਨਾਂ ਨੇ ਸ਼ਹੀਦ ਹੋ ਜਾਣਾ ਤੇ ਸਾਨੂੰ ਉਹਨਾਂ ਦੇ ਦਰਸ਼ਨ ਨਹੀਂ ਹੋਣੇ। ਅੱਜ ਕੱਲ੍ਹ ਤੇ ਸਾਧ ਸੰਗਤ ਜੀ, ਕੋਈ ਸਿੱਖ ਸੁੱਖ ਵਿੱਚ ਵੀ ਕਿਸੇ ਸਿੱਖ ਨੂੰ ਫਤਿਹ ਨਹੀਂ ਬੁਲਾਉਂਦਾ। ਹਾਲਾਂਕਿ ਮਹਾਰਾਜ ਦਾ ਹੁਕਮ ਹੈ, ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ। ਗੁਰੂ ਕਾ ਸਿੰਘ ਉਹ ਜਿਹੜਾ ਸਿੰਘ ਨੂੰ ਵੇਖ ਕੇ ਖੁਸ਼ ਹੋਵੇ, ਮੱਥਾ ਖਿੜ ਜਾਵੇ ਤੇ ਨੇਤਰਾਂ 'ਚ ਖੁਸ਼ੀ ਝਲਕੇ ਵੀ ਇਹ ਗੁਰੂ ਕਾ ਸਿੰਘ ਮਿਲਿਆ। ਤੇ ਜੇ ਮੱਥੇ 'ਤੇ ਤਿਉੜੀ ਪੈਂਦੀ ਹੈ ਤਾਂ ਫਿਰ ਸਮਝੋ ਸਿੱਖੀ ਕੋਈ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੰਦਰ ਫਿਰ ਉਸ ਬੰਦੇ ਦੇ ਸਿੱਖੀ ਕੋਈ ਨਹੀਂ, ਬਾਹਰ ਬਾਣਾ ਸਿੱਖਾਂ ਦਾ ਪਾਇਆ ਹੋਵੇਗਾ। ਤੋ ਭਾਈ ਮਤਾਬ ਸਿੰਘ ਨੇ ਸੋਚਿਆ ਵੀ ਮੈਂ ਤਾਰੂ ਸਿੰਘ ਨੂੰ ਫਤਿਹ ਬੁਲਾਣੀ ਹੈ। ਜਿਸ ਮਤਾਬ ਸਿੰਘ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਨਾਲ ਉਹਦੇ 25-30 ਸਿੰਘ ਰਹਿੰਦੇ ਸਨ, ਜੁਝਾਰੂ ਯੋਧੇ ਸ਼ਸਤਰਧਾਰੀ। ਭਾਈ ਮਤਾਬ ਸਿੰਘ ਆਪਣੇ ਜਥੇ ਦੇ ਸਿੰਘਾਂ ਨੂੰ ਕਹਿਣ ਲੱਗਾ, ਖਾਲਸਾ ਜੀ ਆ ਮੇਰੇ ਸ਼ਸਤਰ ਸਾਂਭ ਲਓ। ਕਿਸੇ ਸਿੰਘ ਨੂੰ ਤਲਵਾਰ ਦਿੱਤੀ, ਕਿਸੇ ਨੂੰ ਆਪਣੀ ਢਾਲ ਦਿੱਤੀ, ਕਿਸੇ ਨੂੰ ਆਪਣਾ ਖੰਡਾ, ਕਿਸੇ ਨੂੰ ਚੱਕਰ, ਕਿਸੇ ਨੂੰ ਬੰਦੂਕ, ਕਿਸੇ ਨੂੰ ਪਿਸਤੌਲ, ਕਿਸੇ ਨੂੰ ਪੇਸ਼ਕਬਜ਼, ਕਿਸੇ ਨੂੰ ਖੰਜਰ। ਸਾਰੇ ਸ਼ਸਤਰ ਸਵਾ ਮਣ ਸਿੰਘਾਂ ਦਾ ਕਮਰ ਕਸਾ ਹੁੰਦਾ ਸੀ। ਮਣ ਮਣ ਲੋਹਾ ਰਖਤ ਮਹਾਨੇ, ਨੈ ਮਾਨਤ ਕਾਹੂ ਕੀ ਕਾਨੇ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਇਹੋ ਜਿਹੇ ਤਿਆਰ ਬਰ ਤਿਆਰ ਸਿੰਘ ਸ਼ਸਤਰਾਂ ਨਾਲ ਪ੍ਰੇਮ ਕਰਦੇ। ਅੱਜ ਕੱਲ੍ਹ ਦੇ ਸਾਧ ਸੰਗਤ ਜੀ ਸਾਡੇ ਘਰਾਂ 'ਚੋਂ 3 ਫੁੱਟੀ ਕਿਰਪਾਨ ਵਿਆਹ ਵਾਲੇ ਦਿਨ ਲੱਭਦੇ ਨੇ, ਜਿਸ ਦਿਨ ਮੁੰਡੇ ਨੇ ਘੋੜੀ ਚੜ੍ਹਨਾ ਹੁੰਦਾ। ਤੇ ਉਹ ਕਹਿੰਦੇ ਕਿਰਪਾਨ ਕਿੱਥੇ ਹੈ? ਸਾਰਾ ਟੱਬਰ 10 ਘਰਾਂ 'ਚੋਂ ਜਾ ਕੇ ਕਿਰਪਾਨ ਲੱਭ ਜੇ ਤੇ ਬੜਾ ਸ਼ੁਕਰ ਮੰਨੋ। ਉਹ ਵੀ ਨਹੀਂ ਲੱਭਦੀ ਤੇ ਗੁਰਦੁਆਰੇ ਜਾ ਕੇ ਕਹਿੰਦੇ ਗਿਆਨੀ ਜੀ ਕਿਰਪਾਨ ਦਿਓ, ਬੱਚੇ ਦਾ ਵਿਆਹ ਹੈ। ਅੱਗੇ ਗਿਆਨੀ ਜੀ ਵੀ ਉਹੋ ਜਿਹੇ ਹੁੰਦੇ ਨੇ, ਉਹਨਾਂ ਕੋਲ ਵੀ ਕੋਈ ਨਹੀਂ ਹੁੰਦੀ। ਇਹ ਸਿੱਖਾਂ ਦਾ ਹਾਲ ਹੈ ਜਿਹੜੇ ਆਪਾਂ ਗੁਰੂ ਗੋਬਿੰਦ ਸਿੰਘ ਦੇ ਵਾਰਸ ਹਾਂ, ਸ਼ਸਤਰਾਂ ਦੇ ਧਾਰਨੀ ਆ। ਉੱਦਾਂ ਦਾਅਵੇ ਸਾਡੇ ਬੜੇ ਵੱਡੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਣ ਮਣ ਲੋਹਾ ਰਖਤ ਮਹਾਨੇ, ਮਣ ਮਣ ਸ਼ਸਤਰ ਚੁੱਕੇ ਹੁੰਦੇ ਸੀ। ਮਤਾਬ ਸਿੰਘ ਨੇ ਆਪਣੇ ਸ਼ਸਤਰ ਸਾਥੀਆਂ ਨੂੰ ਵੰਡ ਦਿੱਤੇ।
ਕਿਸੇ ਨੂੰ ਦੁਮਾਲੇ ਦਾ ਚੱਕਰ ਦੇਤਾ, ਕਿਸੇ ਨੂੰ ਢਾਲ ਦੇਤੀ, ਕਿਸੇ ਨੂੰ ਖੰਡਾ, ਕਿਸੇ ਨੂੰ ਕਿਰਪਾਨ, ਕਿਸੇ ਨੂੰ ਬੰਦੂਕ। ਸਾਰੇ ਸਿੰਘ ਹੈਰਾਨ ਸੀਗੇ ਵੀ ਅੱਜ ਜਥੇਦਾਰ ਕੀ ਕਰ ਰਿਹਾ, ਆਪਣੇ ਸ਼ਸਤਰ ਦੇ ਰਿਹਾ। ਸਾਰੇ ਸ਼ਸਤਰ ਦੇ ਕੇ ਕਹਿਣ ਲੱਗਾ, ਖਾਲਸਾ ਜੀ ਤੁਹਾਡੀ ਸਾਡੀ ਆਖਰੀ ਫਤਿਹ ਹੈ, ਹੁਣ ਦਰਗਾਹ 'ਚ ਮੇਲੇ ਹੋਣਗੇ। ਉਹਨਾਂ ਕਿਹਾ ਕੀ ਗੱਲ ਜਥੇਦਾਰ ਜੀ, ਤੁਸੀਂ ਕਿੱਥੇ ਚੱਲੇ ਹੋ? ਕਹਿੰਦੇ ਅਸੀਂ ਚੱਲੇ ਹਾਂ ਲਾਹੌਰ ਦੀ ਜੇਲ੍ਹ ਵਿੱਚ। ਹੈਂ ਭਾਈ ਸਾਹਿਬ, ਲਾਹੌਰ ਦੀ ਜੇਲ੍ਹ 'ਚ ਕਿਉਂ ਚੱਲੇ ਹੋ? ਕਹਿੰਦੇ ਉੱਥੇ ਸਾਡੇ ਮਹਾਂਪੁਰਸ਼ ਸੰਤ ਸਰੂਪ ਭਾਈ ਤਾਰੂ ਸਿੰਘ ਜੀ ਪੂਲਿਆਂ ਵਾਲੇ ਗ੍ਰਿਫਤਾਰ ਹੋਏ ਨੇ, ਉਹ ਤਸੀਹੇ ਸਹਿ ਰਹੇ ਨੇ, ਉਹ ਸ਼ਹੀਦੀ ਪਾ ਰਹੇ ਨੇ। ਅਸੀਂ ਉਹਨਾਂ ਦੇ ਨਾਲ ਸੱਚਖੰਡ ਜਾਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਸੀਂ ਆਪਣੇ ਮਿੱਤਰ ਦੇ ਨਾਲ, ਭਾਈ ਤਾਰੂ ਸਿੰਘ ਦੇ ਨਾਲ ਸ਼ਹੀਦੀ ਪਾਣੀ ਹੈ, ਅਸੀਂ ਉੱਥੇ ਚੱਲੇ ਹਾਂ। ਸ਼ਸਤਰ ਤੁਹਾਨੂੰ ਦੇ ਤੇ, ਇੱਕ ਡਾਂਗ ਸੰਮਾਂ ਵਾਲੀ ਸਲੋਤਰ ਰੱਖ ਲਿਆ ਮੋਢੇ 'ਤੇ, ਬਾਕੀ ਕੋਈ ਸ਼ਸਤਰ ਨਹੀਂ ਰੱਖਿਆ। ਇੱਕ ਡਾਂਗ ਰੱਖੀ। ਡਾਂਗ ਲੈ ਕੇ ਤੇ ਜਾ ਕੇ ਜਿੱਥੇ ਪੁਲਿਸ ਦੀ ਚੌਂਕੀ ਸੀ ਨਾ ਸ੍ਰੀ ਅੰਮ੍ਰਿਤਸਰ, ਤੇ ਇਹ ਜਿਹੜਾ ਇਲਾਕਾ ਸੀ ਮੀਰਾਂਕੋਟ ਦਾ, ਸਾਰਾ ਮਾਝੇ ਦਾ ਇਲਾਕਾ ਹੀ ਸਰਕਾਰ ਦੀਆਂ ਚੌਂਕੀਆਂ ਹੁੰਦੀਆਂ ਸੀ, ਪੁਲਿਸ ਦੀਆਂ। ਥਾਂ ਥਾਂ 'ਤੇ ਫੌਜ ਬੈਠੀ ਹੁੰਦੀ ਸੀ। ਫੌਜ ਦੇ ਲਾਗੇ ਜਾ ਕੇ ਬੜਾ ਉੱਚਾ ਜਕਾਰਾ ਗਜਾਇਆ। ਜਦੋਂ ਜਕਾਰਾ ਗੱਜਿਆ ਤੇ ਪਹਿਲਾਂ ਤਾਂ ਚੌਂਕੀ ਵਾਲੇ ਡਰ ਗਏ ਵੀ ਪਤਾ ਨਹੀਂ ਸਿੱਖਾਂ ਦੀ ਕਿੱਡੀ ਕੁ ਫੌਜ ਆ ਗਈ ਹੈ। ਫਿਰ ਉਹਨਾਂ ਨੇ ਵੇਖਿਆ ਵੀ ਇਕੱਲਾ ਹੀ ਸਿੰਘ ਤੁਰਿਆ ਹੁੰਦਾ, ਡਾਂਗ ਮੋਢੇ 'ਤੇ ਹੈ। ਉਹਨਾਂ ਨੇ ਘੇਰਾ ਪਾਇਆ ਤੇ ਬਾਬਾ ਮਤਾਬ ਸਿੰਘ ਹੋਰਾਂ ਨੇ ਸਲੋਤਰ 'ਚ ਖੜਕਾਉਣਾ ਸ਼ੁਰੂ ਕਰ ਦਿੱਤਾ। ਡਾਂਗ ਦੇ ਨਾਲ ਹੀ 5-7 ਦੇ ਸਿਰ ਭੰਨ ਦਿੱਤੇ, ਲੱਤਾਂ ਬਾਹਾਂ ਤੋੜ ਦਿੱਤੀਆਂ। ਜਦੋਂ 10-20-50 ਬੰਦਿਆਂ ਨੇ ਘੇਰਾ ਪਾਇਆ ਤੇ ਅਕਸਰ ਉਹਨਾਂ ਨੇ ਸੱਟਾਂ ਮਾਰ ਕੇ ਸੁੱਟ ਲਿਆ, ਫੜ ਲਿਆ, ਗ੍ਰਿਫਤਾਰ ਕਰ ਲਿਆ। ਗੱਡੇ 'ਤੇ ਬਿਠਾ ਕੇ ਭਾਈ ਮਤਾਬ ਸਿੰਘ ਮੀਰਾਂਕੋਟੀਏ ਨੂੰ ਉਹਦੇ ਪਿੰਡ ਮੀਰਾਂਕੋਟ ਲੈ ਕੇ ਆਏ। ਮੀਰਾਂਕੋਟ ਲਿਆ ਕੇ ਪਿੰਡ ਦੀ ਪੰਚਾਇਤ ਨੂੰ, ਪਿੰਡ ਦੇ ਬੰਦਿਆਂ ਨੂੰ, ਬੱਚਿਆਂ ਨੂੰ, ਬੁੱਢਿਆਂ ਨੂੰ ਇਕੱਠੇ ਕਰ ਲਿਆ। ਪਿੰਡ ਦੇ ਲੋਕਾਂ ਨੂੰ ਬੁਲਾ ਕੇ ਕਹਿਣ ਲੱਗੇ ਵੀ ਆਹ ਬੰਦਾ ਕੌਣ ਹੈ? ਉਹ ਜਾਣਦੇ ਤੇ ਸੀਗੇ ਵੀ ਸਾਡਾ ਹੀ ਹੈ ਮਤਾਬ ਸਿੰਘ, ਪਰ ਉਹ ਕਿਸੇ ਨੇ ਨਹੀਂ ਦੱਸਿਆ। ਉਹਨਾਂ ਨੂੰ ਪਤਾ ਸੀ ਵੀ ਜੇ ਅਸੀਂ ਦੱਸਾਂਗੇ ਤੇ ਕਹਿਣਗੇ ਵੀ ਇਹ ਮਤਾਬ ਸਿੰਘ, ਇਹਨੂੰ ਮਾਰ ਦਿਓ। ਉਹਦੀ ਤਫਤੀਸ਼ ਕਰਨੀ ਚਾਹੁੰਦੇ ਸੀ ਵੀ ਬੰਦਾ ਕੌਣ ਹੈ। ਉਹਨਾਂ ਨੂੰ ਸ਼ੱਕ ਸੀ ਵੀ ਇਹ ਮਤਾਬ ਸਿੰਘ ਹੀ ਹੈ, ਪਰ ਪੱਕੀ ਗੱਲ ਨਹੀਂ ਸੀ ਪਤਾ। ਪਿੰਡ ਵਾਲਿਆਂ ਤੋਂ ਪੱਕਾ ਕਰਨਾ ਚਾਹੁੰਦੇ ਸੀ। ਭਾਈ ਮਤਾਬ ਸਿੰਘ ਦੇ ਪਿੰਡ ਵਾਲੇ ਚੁੱਪ ਰਹੇ। ਅਖੀਰ ਉਹਨਾਂ ਨੇ, ਕਿਸੇ ਬੰਦੇ ਨੇ, ਚੁਗਲਖੋਰ ਨੇ ਕਹਿਣਾ ਹੀ ਹੁੰਦਾ ਵੀ ਹਾਂ ਜੀ ਮਤਾਬ ਸਿੰਘ ਹੀ ਹੈ। ਉਹਨਾਂ ਨੇ ਗੱਡੇ 'ਤੇ ਬੰਨ੍ਹ ਕੇ ਹੱਥ ਕੜੀਆਂ ਬੇੜੀਆਂ ਲਾ ਕੇ ਲਾਹੌਰ ਲਿਜਾ ਕੇ ਜ਼ਕਰੀਏ ਦੇ ਪੇਸ਼ ਕਰ ਦਿੱਤਾ। ਜ਼ਕਰੀਏ ਨੂੰ ਦੱਸਿਆ ਵੀ ਆਹ ਬੰਦਾ ਫੜਿਆ ਗਿਆ ਜੀ, ਜਿਹਦੇ ਸਿਰ 'ਤੇ ਤੁਸੀਂ ਇਨਾਮ ਰੱਖਿਆ ਸੀ। ਇਹ ਉਹ ਬੰਦਾ ਹੈ ਜਿਹਨੇ 5-6 ਸਾਲ ਪਹਿਲਾਂ ਚੌਧਰੀ ਮੱਸੇ ਦਾ ਕਤਲ ਹਰਿਮੰਦਰ ਸਾਹਿਬ 'ਚ ਕੀਤਾ ਸੀ। ਇਹ ਸਿਰ ਵੱਢ ਕੇ ਲੈ ਗਿਆ ਸੀ, ਇਹ ਉਹ ਬੰਦਾ। ਜ਼ਕਰੀਆ ਬੜਾ ਖੁਸ਼ ਹੋਇਆ, ਕਹਿਣ ਲੱਗਾ ਇਹਨੂੰ ਤਾਂ ਬੜੇ ਚਿਰਾਂ ਦੇ ਲੱਭਦੇ ਸੀ। ਕਹਿੰਦੇ ਜਾਓ ਇਹਨੂੰ ਉੱਥੇ ਸੁੱਟ ਦਿਓ ਜਿੱਥੇ ਤਾਰੂ ਸਿੰਘ ਸੁੱਟਿਆ ਹੋਇਆ, ਜੇਲ੍ਹ ਦੇ ਵਿੱਚ। ਭਾਈ ਤਾਰੂ ਸਿੰਘ ਦੇ ਕੋਲ ਜਾ ਬਿਠਾਇਆ। ਭਾਈ ਸਾਹਿਬ ਨੇ ਜਾ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਗੋਂ ਭਾਈ ਤਾਰੂ ਸਿੰਘ ਜੀ ਫਤਿਹ ਦਾ ਜਵਾਬ ਦਿੱਤਾ। ਕਹਿਣ ਲੱਗੇ ਭਾਈ ਮਤਾਬ ਸਿੰਘ ਜੀ ਤੁਸੀਂ ਕਿਵੇਂ ਆ ਗਏ? ਉਹ ਕਹਿੰਦੇ ਤੁਹਾਡੇ ਦਰਸ਼ਨਾਂ ਲਈ। ਆਖੋ ਵਾਹਿਗੁਰੂ। ਅੱਜ ਸਿੱਖੀ ਕਿੱਥੇ ਖੜੀ ਹੈ? ਸਿੱਖ ਪੇ ਵਾਰਤ ਪ੍ਰਾਣ। ਸਿੱਖ ਦੇ ਲਈ ਜਾਨ ਵਾਰ ਦਿੰਦਾ। ਸਿੱਖ ਨੂੰ ਫਤਿਹ ਬੁਲਾਉਣ ਲਈ ਜਾਨ ਤੇ ਖੇਡ ਜਾਂਦਾ। ਦੋਵਾਂ ਸਿੰਘਾਂ ਦੀਆਂ ਪੇਸ਼ੀਆਂ ਸ਼ੁਰੂ ਹੋਈਆਂ। ਪੰਥ ਪ੍ਰਕਾਸ਼ ਵਿੱਚ ਲਿਖਿਆ, ਜ਼ਕਰੀਆ ਖਾਨ ਤਾਰੂ ਸਿੰਘ ਦੇ ਮਤਾਬ ਸਿੰਘ ਨੂੰ ਲਾਲਚ ਦੇ ਦੇ ਕੇ ਕਹਿੰਦਾ ਸੀ ਬਾਰ-ਬਾਰ ਇਸਲਾਮ ਕਬੂਲ ਕਰ ਲਓ। ਤੁਹਾਡੀ ਸਿੱਖੀ 'ਚ ਕੀ ਪਿਆ? ਭੁੱਖ ਨੰਗ ਗਰੀਬੀ ਦਲਿੱਦਰ, ਸਾਰਾ ਦਿਨ ਮਾਰੇ ਫਿਰਦੇ ਹੋ ਜੰਗਲਾਂ ਵਿੱਚ। ਇਸਲਾਮ ਕਬੂਲ ਕਰੋਗੇ ਤੁਹਾਨੂੰ ਬੜੀਆਂ ਸਹੂਲਤਾਂ, ਬੜੇ ਹੀ ਸੁੱਖ ਮਿਲਣਗੇ। ਜੋ ਕੁਝ ਜ਼ਕਰੀਆ ਖਾਨ ਨੇ ਕਿਹਾ ਸੀ, ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਇੱਕ ਕਵਿਤ 'ਚ ਲਿਖਿਆ। ਕਹਿੰਦੇ ਸਿੱਖਾਂ ਵਿੱਚ ਤੇ ਸਰਕਾਰ ਵਿੱਚ ਕੀ ਫਰਕ ਹੈ? ਸਾਡੇ ਵਿੱਚ ਆਉਣ ਨਾਲ ਕਿੰਨੀਆਂ ਸਹੂਲਤਾਂ ਨੇ ਤੇ ਸਿੱਖ ਬਣਨ ਦੇ ਨਾਲ ਕਿੰਨੀਆਂ ਦੁਸ਼ਵਾਰੀਆਂ ਨੇ, ਕਿੰਨੀਆਂ ਪਰੇਸ਼ਾਨੀਆਂ ਨੇ।
ਇੱਕ ਕਵਿਤ ਵਿੱਚ ਗਿਆਨੀ ਗਿਆਨ ਸਿੰਘ ਲਿਖਦੇ, ਕਹਿੰਦੇ ਫਿੱਡਾ ਜੈਸਾ ਟੱਟੂਆ ਤੇ ਜੁਲੜੂ ਕਾ ਕਾਠੂ ਪਾਏ, ਰਸੜੂ ਲਗਾੜੂ ਤੇ ਰਸੜੂ ਰਕਾਬਜੂ। ਕਹਿੰਦੇ ਸਿੱਖੋ, ਤੁਹਾਡੇ ਕੋਲ ਟੁੱਟਾ ਜਿਹਾ ਭੈੜਾ ਜਿਹਾ ਘੋੜਾ ਹੁੰਦਾ, ਟੱਟੂ ਜਿਹਾ, ਫਿੱਡਾ ਜੈਸਾ ਫਿੱਡਾ ਜਿਹਾ ਘੋੜਾ ਤੁਹਾਡਾ ਹੁੰਦਾ, ਅਤੇ ਜੁਲੜੂ ਕਾ ਕਾਠੂ ਪਾਏ, ਉੱਤੇ ਕਾਠੀ ਵੀ ਚੰਗੀ ਨਹੀਂ ਪਾਈ ਹੁੰਦੀ, ਜੁੱਲੀ ਪਾਈ ਹੁੰਦੀ ਲੀਰਾਂ ਦੀ, ਅਤੇ ਰੱਸੀ ਦੀ ਰਕਾਬ ਅਤੇ ਰੱਸੀ ਦਾ ਹੀ ਤੁਸੀਂ ਮੂੰਹ ਦੇ ਵਿੱਚ ਉਹਦੇ ਲਗਾਮ ਪਾਈ ਹੁੰਦੀ ਹੈ। ਟੁੱਟਿਆ ਜੈਸਾ ਤੇਗੜੂ ਤੇ ਲੀਰੜੂ ਮਿਆਨ ਜਾਂਕੋ, ਗੱਠ ਸੱਠ ਗਾਤਰਾ ਬਣਾਇਆ ਸਭ ਸਾਜ ਜੂ। ਪੁਰਾਣੀ ਜੀ ਟੁੱਟੀ ਜੀ ਤਲਵਾਰ ਤੇ ਲੀਰਾਂ ਦਾ ਮਿਆਨ ਹੁੰਦਾ, ਗੰਢ ਸੱਟ ਕੇ ਗਾਤਰੇ ਬਣਾਏ ਹੁੰਦੇ ਨੇ। ਪਾਟਿਆ ਜੈਸਾ ਕਛੜੂ ਤੇ ਨੀਲੜੂ ਸਾ ਚਾਦਰੂ, ਡੁੱਚੋ ਜੈਸਾ ਪਗੜੂ ਬਣਾਇਆ ਸਿਰ ਤਾਜ ਜੂ। ਕਹਿੰਦੇ ਪੁਰਾਣਾ ਜਿਹਾ ਕਸ਼ਹਿਰਾ ਤੇ ਇੱਕ ਨੀਲੇ ਰੰਗ ਦੀ ਚਾਦਰ ਲੱਕ ਨੂੰ ਵਲੀ ਹੁੰਦੀ ਹੈ, ਉੱਚਾ ਜਿਹਾ ਦਮਾਲਾ ਸਿਰ ਤੇ ਬੰਨਿਆ ਹੁੰਦਾ, ਤੇ ਨਾਮ ਤੋਂ ਅਕਾਲੜੂ ਕੋ ਫਿਰੇ ਬੁਰੇ ਹਾਲੜੂ, ਸੋ ਲੂਟ ਕੂਟ ਖਾਮਣੇ ਕੋ ਡਾਢੋ ਉਸਤਾਦ ਜੂ। ਨਾਮ ਤੇ ਅਕਾਲ ਅਕਾਲ ਦਾ ਜਪਦੇ ਹੋ, ਫਿਰੇ ਬੁਰੇ ਹਾਲਾਂ ਨਾਲ ਫਿਰਦੇ ਹੋ, ਤੇ ਲੁੱਟ ਕੁੱਟ ਖਾਣ ਦੇ ਡਾਢੇ ਉਸਤਾਦ ਹੋ। ਛੱਡੋ ਸਿੱਖੀ, ਇਸਲਾਮ 'ਚ ਆ ਜਾਓ। ਭਾਈ ਤਾਰੂ ਸਿੰਘ ਭਾਈ ਮਤਾਬ ਸਿੰਘ ਨੇ ਆਖਿਆ, ਤੋਏ ਦੀਨ ਸਿਰ ਹਮ ਪਨ ਹੀ ਮਾਰੈ। 100 ਜੁੱਤੀ ਮਾਰ ਕੇ ਗਿਣਦੇ ਹਾਂ ਜਿਹੜਾ ਸਾਨੂੰ ਕਲਗੀਧਰ ਨੇ ਧਰਮ ਦਿੱਤਾ, ਜਿਹੜੇ ਧਰਮ ਪਿੱਛੇ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ ਨੇ, ਜਿਹੜੇ ਧਰਮ ਵਿੱਚ ਬੰਦ ਬੰਦ ਕੱਟੇ ਗਏ ਨੇ, ਜਿਹੜੇ ਧਰਮ ਪਿੱਛੇ ਚਰਖੜੀਆਂ 'ਤੇ ਸਿੰਘ ਚੜ੍ਹ ਗਏ ਨੇ, ਅਸੀਂ ਉਹ ਧਰਮ ਨਹੀਂ ਛੱਡਾਂਗੇ। ਭਾਈ ਤਾਰੂ ਸਿੰਘ ਮਤਾਬ ਸਿੰਘ ਨੂੰ ਜਿਵੇਂ ਸ਼ਹੀਦ ਕੀਤਾ ਗਿਆ, ਚਰਖੜੀ 'ਤੇ ਚਾੜ੍ਹਿਆ ਗਿਆ, ਖੋਪਰ ਲਾਏ ਗਏ, ਇਤਿਹਾਸ ਬੜਾ ਵੱਡਾ ਹੈ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜੇਗੀ, ਇਹ ਬਚਨ ਹੋਇਆ ਸੀਗਾ ਜਦੋਂ ਜ਼ਕਰੀਆ ਨੇ ਆਖਿਆ ਨਾ, ਮੈਂ ਤਾਰੂ ਸਿੰਘ ਜਿਹੜੇ ਸਿੱਖ ਕੇਸਾਂ ਦਾ ਤੂੰ ਮਾਣ ਕਰਦਾ, ਜੁੱਤੀਆਂ ਮਾਰ ਕੇ ਉਡਾ ਦਿਆਂਗਾ, ਤੇਰੇ ਕੇਸ ਮੈਂ ਜੁੱਤੀਆਂ ਮਾਰ ਕੇ ਉਡਾ ਦਿਆਂਗਾ। ਭਾਈ ਸਾਹਿਬ ਦੇ ਮੂੰਹ ਤੋਂ ਬਚਨ ਨਿਕਲਿਆ, ਮੇਰੀ ਸਿੱਖੀ ਦੇ ਕੇਸਾਂ ਸਵਾਸਾਂ ਨਾਲ ਨਿਭ ਜੇਗੀ, ਪਰ ਜ਼ਕਰੀਆ ਤੂੰ ਖਾਲਸੇ ਦੀ ਜੁੱਤੀ ਅੱਗੇ ਹੀ ਜਾਏਗਾ। ਭਾਈ ਸਾਹਿਬ ਦੇ ਖੋਪਰ ਉਤਾਰ ਦਿੱਤਾ ਗਿਆ, ਕੇਸ ਨਹੀਂ ਕੱਟੇ ਗਏ, ਖੋਪਰ ਉਤਾਰ ਦਿੱਤਾ ਗਿਆ। ਸਾਧ ਸੰਗਤ ਜੀ, ਕਿਸੇ ਬੰਦੇ ਦੀ ਖੋਪਰੀ ਲੈ ਜੇ 10-15 ਮਿੰਟ ਬਾਅਦ ਮਰ ਜਾਏਗਾ। ਭਾਈ ਸਾਹਿਬ 22 ਦਿਨ ਜਿਉਂਦੇ ਰਹੇ, 22 ਦਿਨ ਖੋਪਰੀ ਲੈਣ ਤੋਂ ਬਾਅਦ, ਖੋਪਰੀ ਲੈਣ ਤੋਂ 22 ਦਿਨ ਤੱਕ ਉਹਨਾਂ ਦਾ ਸਰੀਰ ਕਾਇਮ ਰਿਹਾ। ਲਾਹੌਰ ਦੀ ਕਿਲੇ ਦੀ ਖਾਈ 'ਚ ਉਹਨਾਂ ਦਾ ਸਰੀਰ ਸੁੱਟਿਆ ਗਿਆ। ਲਾਹੌਰ ਦੇ ਸਿੱਖ ਉੱਥੇ ਆ ਕੇ ਉਹਨਾਂ ਦੀ ਸੇਵਾ ਵੀ ਕਰਦੇ ਰਹੇ। ਇਤਿਹਾਸ 'ਚ ਭਾਈ ਰਤਨ ਸਿੰਘ ਨੇ ਲਿਖਿਆ, ਕਹਿੰਦੇ ਉਧਰ ਜਿੱਦ ਖੋਪਰੀ ਉਤਰੀ, ਉਧਰੋਂ ਜ਼ਕਰੀਏ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਬੜੇ ਇਲਾਜ ਕੀਤੇ, ਕੋਈ ਦਵਾਈ ਕੰਮ ਨਹੀਂ ਕਰਦੀ। ਰਾਤ ਨੂੰ ਜਦੋਂ ਸੌਂਦਾ ਤੇ ਸ਼ਹੀਦ ਸਿੰਘ ਸਲੋਤਰ ਮਾਰ ਕੇ ਉਠਾ ਦਿੰਦੇ, ਅਬੜਵਾਇਆ ਉੱਠਦਾ, ਚੀਕਾਂ ਮਾਰਦਾ। ਮੌਲਵੀਆਂ ਨੂੰ ਬੁਲਾਇਆ ਕਿ ਕੋਈ ਕਲਾਮ ਪੜ੍ਹੋ, ਕੋਈ ਸੈਫੀਆਂ ਪੜ੍ਹੋ, ਕੋਈ ਫੂਕਾ ਮਾਰੋ। ਜਿਹੜੇ ਮੁਸਲਮਾਨਾਂ ਵਿੱਚ ਕਾਲਾ ਇਲਮ ਜਾਣਦੇ ਨੇ, ਉਹਨਾਂ ਨੇ ਆ ਕੇ ਬੜੀਆਂ ਕਲਾਮਾਂ ਪੜ੍ਹੀਆਂ, ਬੜੇ ਧਾਗੇ ਤਬੀਤ ਬੜੇ ਬਣਾ ਕੇ ਜ਼ਕਰੀਏ ਦੇ ਡੋਲਿਆਂ ਨਾਲ ਬੰਨੇ, ਕੋਈ ਅਸਰ ਨਹੀਂ, ਕੋਈ ਦਵਾਈ ਨਹੀਂ, ਕੋਈ ਜਾਦੂ ਨਹੀਂ, ਕੋਈ ਟੂਣਾ ਨਹੀਂ ਅਸਰ ਕਰਦਾ। ਅਖੀਰ ਪੰਡਤਾਂ ਕੋਲੋਂ ਵੀ ਇਲਾਜ ਕਰਾਇਆ, ਪੰਡਤਾਂ ਦਾ ਵੀ ਇਲਾਜ ਨਾ ਚੱਲਿਆ, ਸਾਰੇ ਪਾਸਿਓਂ ਲਾਚਾਰ ਹੋ ਗਿਆ। ਪਤਾ ਲੱਗਾ, ਲੋਕਾਂ ਨੇ ਆਖਿਆ ਤੈਨੂੰ ਉਹ ਮਹਾਂਪੁਰਸ਼ ਦਾ ਸਰਾਪ ਲੱਗਾ ਜਿਹੜਾ ਕਹਿੰਦਾ ਸੀ ਤੈਨੂੰ ਜੁੱਤੀ ਅੱਗੇ ਲਾ ਕੇ ਲੈ ਜਾਣਾ, ਉਹ ਅਜੇ ਜਿਉਂਦਾ। ਭਾਈ ਤਾਰੂ ਸਿੰਘ ਦੇ ਕੋਲ ਲਿਆਂਦਾ ਗਿਆ। ਕਹਿੰਦੇ ਭਾਈ ਤਾਰੂ ਸਿੰਘ ਜੀ ਨੂੰ ਬੇਨਤੀ ਕੀਤੀ ਵੀ ਜ਼ਕਰੀਏ ਖਾਂ ਦੇ ਕੋਈ ਤਰਸ ਕਰ ਦਿਓ। ਉਹ ਕਹਿੰਦੇ ਮੇਰੇ ਕੋਲੋਂ ਤਾਂ ਤੀਰ ਚੱਲ ਗਿਆ, ਹੁਣ ਖਾਲਸੇ ਪੰਥ ਕੋਲ ਜਾਓ। ਸ੍ਰੀ ਅਕਾਲ ਤਖਤ ਸਾਹਿਬ ਨਵਾਬ ਕਪੂਰ ਸਿੰਘ ਸਾਹਿਬ ਜੀ ਦੇ ਕੋਲ ਪੰਜਾਂ ਪਿਆਰਿਆਂ ਕੋਲ ਪੇਸ਼ ਹੋ ਕੇ ਮਸਲਾ ਰੱਖਿਆ। ਉਹਨਾਂ ਨੇ ਵੀ ਇਹ ਬਚਨ ਕਿਹਾ, ਕਹਿੰਦੇ ਜ਼ਕਰੀਆ ਖਾਂ ਦੀ ਜਾਨ ਨਹੀਂ ਬਚ ਸਕਦੀ, ਦੁੱਖ ਘਟ ਸਕਦਾ। ਉਹ ਕਹਿੰਦੇ ਕਿਵੇਂ? ਕਹਿੰਦੇ ਤਾਰੂ ਸਿੰਘ ਦੇ ਚਰਨਾਂ ਦਾ ਜੋੜਾ ਉਹਦੇ ਸਿਰ 'ਚ ਮਾਰੋ, ਉਹਦਾ ਪਿਸ਼ਾਬ ਖੁੱਲ੍ਹ ਕੇ ਆਵੇਗਾ। ਭਾਈ ਸਾਹਿਬ ਦੇ ਚਰਨਾਂ ਦਾ ਜੋੜਾ ਲਿਆ ਕੇ ਜਦੋਂ ਜ਼ਕਰੀਏ ਦੇ ਸਿਰ 'ਚ ਮਾਰਦੇ ਸੀ, ਉਹਨੂੰ ਪਿਸ਼ਾਬ ਦਾ ਬੰਨ ਟੁੱਟਦਾ ਸੀ। ਤੇ ਫਿਰ ਕਹਿੰਦਾ ਸੀ ਹੋਰ ਜ਼ੋਰ ਨਾਲ ਮਾਰੋ, ਹੋਰ ਮਾਰੋ। 22ਵੇਂ ਦਿਨ ਜੁੱਤੀਆਂ ਖਾਂਦਾ ਜ਼ਕਰੀਆ ਇਸ ਦੁਨੀਆ ਤੋਂ ਚਲਾ ਗਿਆ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਪਜੀ ਸਾਹਿਬ ਦਾ ਪਾਠ ਕਰਕੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਗੁਰੂ ਚਰਨਾਂ 'ਚ ਲੀਨ ਹੋ ਗਏ।
ਸੋ ਸਾਧ ਸੰਗਤ ਜੀ, ਉਹਨਾਂ ਮਹਾਂਪੁਰਸ਼ਾਂ ਦਾ ਦਿਹਾੜਾ ਆਪਾਂ ਮਨਾ ਰਹੇ ਹਾਂ। ਲੋੜ ਹੈ ਘਰ ਘਰ 'ਚ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਾ ਪ੍ਰਚਾਰ ਪਹੁੰਚੇ। ਸਾਡੇ ਆਉਣ ਵਾਲੇ ਬੱਚੇ ਕੇਸਾਂ ਨੂੰ ਬੇਅਦਬੀ ਨਾ ਕਰਨ, ਕਿਉਂਕਿ ਕੇਸ ਗੁਰੂ ਕੀ ਮੋਹਰ, ਗੁਰੂ ਸਮ ਜਾਣੈ, ਗੁਰ ਸਮ ਅਦਬ ਕੇਸ ਕੋ ਠਾਨੈ। ਕੇਸਾਂ ਨਾਲ ਹੀ ਖਾਲਸੇ ਦੀ ਪਛਾਣ ਹੈ। ਜਿਸ ਦਿਨ ਕੇਸ ਚਲੇ ਗਏ, ਆਪਾਂ ਆਮ ਲੋਕਾਂ ਵਿੱਚ ਰਲ ਜਾਵਾਂਗੇ। 84 ਵਿੱਚ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਭਾਈ ਜੈਤੇ ਨੂੰ ਪੁੱਛਿਆ ਵੀ ਦਿੱਲੀ ਦੇ ਸਿੱਖ ਕੀ ਕਰ ਰਹੇ ਸੀ ਜਦੋਂ ਮਹਾਰਾਜ ਸ਼ਹੀਦ ਹੋਏ ਨੇ? ਕੋਈ ਗੁਰੂ ਸਾਹਿਬ ਦੇ ਸੀਸ ਦੀ ਸੇਵਾ ਕਰਨ, ਕੋਈ ਧੜ ਦੀ ਸੇਵਾ ਕਰਨ, ਕੋਈ ਹੋਰ ਸੇਵਾ ਕਰਨ, ਨੇੜੇ ਕਿਉਂ ਨਹੀਂ ਆਇਆ? ਉਹ ਕਹਿੰਦੇ ਮਹਾਰਾਜ ਦਿੱਲੀ ਦੇ ਸਿੱਖ ਘਰਾਂ 'ਚ ਲੁਕ ਗਏ, ਆਮ ਲੋਕਾਂ 'ਚ ਰਲ ਗਏ, ਪਛਾਣ ਨਹੀਂ ਹੋਈ ਵੀ ਸਿੱਖ ਕਿਹੜੇ ਨੇ। ਮਹਾਰਾਜ ਕਹਿੰਦੇ ਮੈਂ ਐਸਾ ਰੂਪ ਦਿਆਂਗਾ ਜਿਹੜਾ ਲੱਖਾਂ 'ਚ ਵੱਖਰਾ ਪਛਾਣਿਆ ਜਾਏਗਾ। ਤਾਂ ਇਹ ਸਰੂਪ ਖਾਲਸੇ ਨੂੰ ਮਹਾਰਾਜ ਨੇ ਦਿੱਤਾ ਸੀ ਨਿਆਰਾ। ਅਸੀਂ ਅੱਜ ਫਿਰ ਭੇਡਾਂ 'ਚ ਰਲਦੇ ਜਾ ਰਹੇ ਹਾਂ। ਆਪਣਾ ਸਰੂਪ, ਆਪਣੀ ਗੁਰੂ ਦੀ ਬਾਣੀ ਅਤੇ ਗੁਰੂ ਦਾ ਬਾਣਾ ਸੰਭਾਲ ਲਓ। ਤੁਹਾਡੀ ਇਸ ਸਮਾਜ ਵਿੱਚ ਦੁਨੀਆ ਚੜ੍ਹਦੀ ਕਲਾ ਹੋ ਜਾਏਗੀ, ਨਹੀਂ ਤਾਂ ਸਾਧ ਸੰਗਤ ਜੀ ਕੱਖਾਂ ਤੋਂ ਵੀ ਹੌਲੇ ਹੋ ਜਾਣਗੇ। ਸੋ ਪਿਆਰਿਓ, ਗੁਰੂ ਮਹਾਰਾਜ ਦੇ ਚਰਨਾਂ 'ਚ ਆਪਾਂ ਬੈਠੇ ਹਾਂ। ਭਾਈ ਸਾਹਿਬ ਤਾਰੂ ਸਿੰਘ ਜੀ ਦਾ ਦਿਹਾੜਾ ਮਨਾਇਆ ਅਤੇ ਆਓ ਹੁਣ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਸਤਿਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਜੀ ਬਚਨ ਕਰ ਰਹੇ ਨੇ। ਕੈਸੇ ਕਮਾਲ ਦੇ ਬਚਨ ਨੇ। ਆਪਣੇ ਭਗਤਾਂ ਸੰਤਾਂ ਦੀ ਵਾਹਿਗੁਰੂ ਰੱਖਿਆ ਕਿਵੇਂ ਕਰਦਾ ਹੈ। ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਲ ਤੇ ਓਪਤ ਭਈ ਹੈ ਕਾਸਟ। ਸਤਿਗੁਰੂ ਫਰਮਾਨ ਕਰ ਰਹੇ ਨੇ ਵੀ ਦੇਖੋ ਲੱਕੜੀ ਕਿੱਥੋਂ ਪੈਦਾ ਹੁੰਦੀ ਹੈ। ਅੱਜ ਇੰਨੀ ਲੱਕੜ ਹੈ, ਭਾਵੇਂ ਉਹ ਸਾਧ ਸੰਗਤ ਜੀ ਅੱਕ ਦਾ ਬੂਟਾ ਹੈ ਅਤੇ ਭਾਵੇਂ ਚੰਦਨ ਦਾ। ਮਹਿੰਗੇ ਤੋਂ ਮਹਿੰਗੀ ਲੱਕੜੀ ਚੰਦਨ ਦੀ ਹੈ, ਸਸਤੇ ਤੋਂ ਸਸਤੀ ਅੱਕ ਦੀ ਹੈ। ਦੁਨੀਆ ਦੇ ਵਿੱਚ ਕਈ ਕਿਸਮ ਦੀ ਲੱਕੜ ਹੈ। ਉਹ ਵੀ ਲੱਕੜ ਹੈ ਜਿਹਦੇ ਨਾਲ ਅਸੀਂ ਚੁੱਲ੍ਹੇ ਦੀ ਅੱਗ ਬਾਲਦੇ ਹਾਂ। ਉਹ ਵੀ ਲੱਕੜ ਹੈ ਜਿਹਦੇ ਨਾਲ ਮੁਰਦੇ ਦਾ ਸੰਸਕਾਰ ਕਰਦੇ ਹਾਂ। ਉਹ ਵੀ ਲੱਕੜ ਹੈ ਜਿਹਦੇ ਨਾਲ ਅਸੀਂ ਆਪਣੇ ਘਰਾਂ ਦੇ ਦਰਵਾਜ਼ੇ, ਖਿੜਕੀਆਂ, ਬਾਰੀਆਂ, ਅਲਮਾਰੀਆਂ, ਫਰਨੀਚਰ ਘਰਾਂ ਦਾ ਬਣਾਉਂਦੇ ਹਾਂ। ਲੱਕੜ ਬੜੀ ਮਹੱਤਵਪੂਰਨ ਚੀਜ਼ ਹੈ ਇਸ ਦੁਨੀਆ ਵਿੱਚ। ਪਰ ਲੱਕੜ ਪੈਦਾ ਕਿੱਥੋਂ ਹੋਈ ਹੈ? ਲੱਕੜ ਪੈਦਾ ਹੋਈ ਹੈ ਪਾਣੀ ਤੋਂ। ਜਲ ਤੇ ਓਪਤ ਭਈ ਹੈ ਕਾਸ਼ਟ। ਕਾਸ਼ਟ ਮੈਨੇ ਲੱਕੜੀ। ਕਾਸ਼ਟ ਲੱਕੜੀ ਕਿੱਥੋਂ ਪੈਦਾ ਹੋਈ ਹੈ? ਜਲ ਤੋਂ, ਪਾਣੀ ਤੋਂ। ਜੇ ਪਾਣੀ ਨਾ ਹੋਵੇ, ਜਿੱਥੇ ਪਾਣੀ ਨਾ ਹੋਵੇ ਉੱਥੇ ਕੋਈ ਵੀ ਦਰਖਤ, ਕੋਈ ਵੀ ਬੂਟਾ ਪੈਦਾ ਹੋ ਨਹੀਂ ਸਕਦਾ। ਜਿੱਥੇ ਪਾਣੀ ਹੋਵੇਗਾ ਉੱਥੇ ਘਾਹ ਵੀ ਹੋਵੇਗਾ। ਜਿੱਥੇ ਪਾਣੀ ਹੋਵੇਗਾ ਉੱਥੇ ਦਰਖਤ ਵੀ ਹੋਣਗੇ, ਫਸਲਾਂ ਵੀ ਹੋਣਗੀਆਂ, ਫੁੱਲ ਵੀ ਹੋਣਗੇ, ਫਲ ਵੀ ਹੋਣਗੇ। ਉੱਥੇ ਜੀਵ ਜੰਤੂ ਵੀ ਹੋਣਗੇ। ਜਿੱਥੇ ਪਾਣੀ ਨਹੀਂ ਹੋਵੇਗਾ ਉੱਥੇ ਜੀਵਨ ਨਹੀਂ ਹੋ ਸਕਦਾ। ਆਖੋ ਸ੍ਰੀ ਵਾਹਿਗੁਰੂ। ਕਹਿੰਦੇ ਲੱਕੜੀ ਪੈਦਾ ਹੋਈ ਹੈ ਪਾਣੀ ਤੋਂ। ਹੁਣ ਪਾਣੀ ਦਾ ਕੀ ਧਰਮ ਹੈ? ਪਾਣੀ 'ਚ ਜਿਹੜੀ ਚੀਜ਼ ਪਾਓ ਡੋਬ ਲੈਂਦਾ। ਪਾਣੀ 'ਚ ਜਿਹੜੀ ਵੀ ਚੀਜ਼ ਪਾਓਗੇ, ਸੁੱਟੋਗੇ, ਕੀ ਹੋਏਗਾ? ਥੱਲੇ ਜਾਏਗੀ। ਪਾਣੀ ਡੋਬ ਦਿੰਦਾ। ਲੱਕੜ ਨੂੰ ਕਿਉਂ ਨਹੀਂ ਡੋਬਦਾ? ਆਖੋ ਸ੍ਰੀ ਵਾਹਿਗੁਰੂ। ਲੱਕੜ ਨੂੰ ਨਹੀਂ ਡੋਬਦਾ। ਪਾਣੀ ਤੋਂ ਪੈਦਾ ਹੋਈ ਲੱਕੜ ਪਾਣੀ ਡੋਬਦਾ ਨਹੀਂ। ਬਾਕੀ ਸਾਰੀਆਂ ਚੀਜ਼ਾਂ ਨੂੰ, ਪੱਥਰ ਨੂੰ ਡੋਬ ਲੈਂਦਾ। ਲੋਹਾ ਸੁੱਟੋ, ਲੋਹੇ ਨੂੰ ਥੱਲੇ ਚਲਾ ਜਾਂਦਾ। ਹੋਰ ਕੋਈ ਧਾਤੂ ਸੁੱਟੋ, ਥੱਲੇ ਚਲੀ ਜਾਂਦੀ। ਲੱਕੜ ਉੱਤੇ ਤਰਦੀ ਹੈ। ਸਤਿਗੁਰੂ ਰਾਮਦਾਸ ਜੀ ਕਹਿੰਦੇ ਜਲ ਤੇ ਓਪਤ ਭਈ ਹੈ ਕਾਸ਼ਟ। ਪਾਣੀ ਤੋਂ ਲੱਕੜੀ ਪੈਦਾ ਹੋਈ ਹੈ। ਹਾਂਜੀ। ਕਾਸਟ ਅੰਗ ਤਰਾਵੈ ਗੋ। ਕਹਿੰਦੇ ਉਹ ਜਿਹੜੀ ਲੱਕੜ ਹੈ, ਲੱਕੜ ਦੀ ਬਣੀ ਹੋਈ ਕਿਸ਼ਤੀ ਹੈ, ਲੱਕੜ ਦਾ ਬਣਿਆ ਹੋਇਆ ਕੋਈ ਵੀ ਪਦਾਰਥ ਹੈ, ਉਹ ਉੱਤੇ ਪਾਣੀ ਦੇ ਤਰਦਾ। ਉਹ ਕਿਉਂ ਤਰਦਾ? ਕਿਉਂ ਤਾਰਦਾ ਪਾਣੀ ਉਹਨੂੰ? ਪਾਣੀ ਸਮਝਦਾ ਵੀ ਮੇਰਾ ਹੀ ਬੱਚਾ ਹੈ। ਆਖੋ ਸ੍ਰੀ ਵਾਹਿਗੁਰੂ। ਪਾਣੀ ਕੀ ਸਮਝਦਾ? ਲੱਕੜ ਨੂੰ ਆਪਣੀ ਧੀ ਜਾਂ ਆਪਣਾ ਪੁੱਤ ਸਮਝਦਾ ਵੀ ਮੇਰੇ ਤੋਂ ਪੈਦਾ ਹੋਇਆ। ਲੱਕੜ ਪੈਦਾ ਵੀ ਪਾਣੀ ਤੋਂ ਹੋਈ ਅਤੇ ਲੱਕੜ ਨੂੰ ਪਾਲਿਆ ਵੀ ਪਾਣੀ ਨੇ।
ਜੇ ਬੂਟਾ ਲਾ ਦਿਓ ਉਹਨੂੰ ਪਾਣੀ ਨਾ ਦਿਓ, ਕੋਈ ਬੂਟਾ ਲਾ ਦਿਓ ਪਾਣੀ ਨਾ ਦਿਓ, ਫਿਰ ਵੀ ਉਹ ਵੱਡਾ ਨਹੀਂ ਹੋ ਸਕਦਾ। ਪਾਣੀ ਨਾਲ ਉਹ ਪਲੇਗਾ, ਪਾਣੀ ਨਾਲ ਹੀ ਜਵਾਨ ਹੋਵੇਗਾ, ਪਾਣੀ ਨਾਲ ਹੀ ਉਹ ਜੀਵਨ ਗੁਜ਼ਾਰੇਗਾ। ਹੁਣ ਉਸੇ ਲੱਕੜ ਦਾ ਹੁਣ ਕੋਈ ਬਣਿਆ ਹੋਇਆ ਕੋਈ ਵੀ ਸ਼ਤੀਰ ਹੈ, ਭਾਵੇਂ ਕੋਈ ਬਾਲਾ ਹੈ, ਭਾਵੇਂ ਕੋਈ ਉਹ ਕਿਸ਼ਤੀ ਹੈ, ਉਹ ਪਾਣੀ ਦੇ ਉੱਤੇ ਤਰੇਗੀ। ਪਾਣੀ ਸੋਚਦਾ ਹੈ, ਗੁਰੂ ਰਾਮਦਾਸ ਸਾਹਿਬ ਦੇ ਖਿਆਲ ਨੇ, ਮੇਰੇ ਖਿਆਲ ਨਹੀਂ ਹਨ। ਗੁਰੂ ਰਾਮਦਾਸ ਕਹਿ ਰਹੇ ਨੇ ਵੀ ਪਾਣੀ ਸੋਚਦਾ ਹੈ ਵੀ ਮੇਰਾ ਬੱਚਾ ਮੈਂ ਆਪਣੇ ਆਪ ਕਿਵੇਂ ਡੋਬ ਦਿਆਂ। ਮੇਰਾ ਬੱਚਾ ਹੋਰ ਚੀਜ਼ਾਂ ਨੂੰ ਡੋਬ ਦਿੰਦਾ, ਆਪਣੇ ਬੱਚੇ ਨੂੰ ਨਹੀਂ ਡੋਬਦਾ। ਆਪਣੇ ਬੱਚੇ ਨੂੰ ਪਾਣੀ ਨਹੀਂ ਡੋਬਦਾ, ਕਿਉਂਕਿ ਪਾਣੀ ਦਾ ਬੱਚਾ ਲੱਕੜੀ ਹੈ। ਜਲ ਤੇ ਉਪਤ ਭਈ ਹੈ ਕਾਸ਼ਟ, ਕਾਸ਼ਟ ਅੰਗ ਤਰਾਵੈ ਗੋ। ਪਾਣੀ ਤੋਂ ਲੱਕੜ ਪੈਦਾ ਹੋਈ ਹੈ। ਪਾਣੀ ਆਪਣੀ ਪੈਦਾ ਕੀਤੀ ਹੋਈ ਆਪਣੀ ਧੀ ਨੂੰ, ਆਪਣੇ ਪੁੱਤ ਨੂੰ, ਆਪਣੇ ਬੱਚੇ ਨੂੰ ਡੋਬਦਾ ਨਹੀਂ ਹੈ। ਰਾਮ ਜਨਾਹਰ ਆਪ ਸਵਾਰੇ, ਆਪਣਾ ਬਿਰਦ ਰਖਾਵੈ ਗੋ। ਬਿਲਕੁਲ ਇਸੇ ਤਰ੍ਹਾਂ ਹੀ ਪਰਮਾਤਮਾ ਨੇ, ਵਾਹਿਗੁਰੂ ਨੇ ਆਪਣੇ ਭਗਤਾਂ ਨੂੰ ਆਪ ਸਵਾਰਿਆ ਹੈ। ਆਪਣੇ ਪਿਆਰਿਆਂ ਨੂੰ, ਆਪਣੇ ਸੰਤਾਂ ਨੂੰ, ਆਪਣੇ ਭਗਤਾਂ ਨੂੰ। ਰਾਮ ਜਨਾ ਹਰ ਆਪ ਸਵਾਰੇ, ਰਾਮ ਜਨਾ ਹਰ ਆਪ ਸਵਾਰੇ। ਰਾਮ ਜਨਾ, ਸਾਰੇ ਪੜ੍ਹ ਲਓ ਭਾਈ, ਗੁਰੂ ਕੀ ਬਾਣੀ ਸੌਖੀ ਹੈ। ਇਹ ਪੜ੍ਹਨ ਨਾਲ ਕੀ ਹੁੰਦਾ ਹੈ, ਸਾਨੂੰ ਅੰਦਰੋਂ ਸਾਡੀ ਅੰਦਰਲੀ ਜਿਹੜੀ ਆਤਮਾ ਉਹ ਜਾਗਦੀ ਹੈ, ਉਹ ਬਾਣੀ ਨਾਲ ਜੁੜਦੀ ਹੈ। ਅਤੇ ਜਿੰਨਾ ਗਾ ਕੇ ਬਾਣੀ ਸਾਡੇ ਅਨੁਭਵ 'ਚ ਆਉਂਦੀ ਹੈ, ਉਹਦਾ ਨਜ਼ਾਰਾ ਹੀ ਵੱਖਰਾ ਹੈ। ਆਖੋ ਸ੍ਰੀ ਵਾਹਿਗੁਰੂ। ਰਾਮ ਜਨਾ ਹਰ ਆਪ ਸਵਾਰੇ, ਰਾਮ ਜਨਾ ਹਰ ਆਪ ਸਵਾਰੇ। ਰਾਮ ਦੇ ਜਨਾਂ ਨੂੰ ਹਰੀ ਨੇ ਆਪ ਸਵਾਰਿਆ, ਸੰਤਾਂ ਭਗਤਾਂ ਨੂੰ ਆਪ ਪੈਦਾ ਕੀਤਾ ਹੈ। ਜਿਵੇਂ ਲੱਕੜੀ ਨੂੰ ਪਾਣੀ ਨੇ ਆਪ ਪੈਦਾ ਕੀਤਾ, ਲੱਕੜੀ ਨੂੰ ਪਾਣੀ ਨੇ ਆਪ ਪੈਦਾ ਕੀਤਾ, ਸੰਤਾਂ ਨੂੰ ਪਰਮਾਤਮਾ ਨੇ ਆਪ ਪੈਦਾ ਕੀਤਾ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ। ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪਹਿਲਾਦ ਤਰਾਇਆ। ਰਾਮ ਜਨਾ ਹਰ ਆਪ ਸਵਾਰੇ, ਰਾਮ ਜਨਾ ਹਰ ਆਪ ਸਵਾਰੇ। ਹਾਂਜੀ। ਹਮ ਪਾਥਰ ਲੋਹ, ਲੋਹ ਬੜ ਪਾਥਰ। ਮਹਾਰਾਜ ਕਹਿੰਦੇ ਆਪਣਾ ਬਿਰਦ ਰਖਾਵੈ ਗੋ। ਹੁਣ ਗੱਲ ਆ ਗਈ ਬਈ ਭਗਤਾਂ ਤੇ ਆ ਗਈ ਭੀੜਾ, ਭਗਤਾਂ ਤੇ ਪੈ ਗਈ ਮੁਸੀਬਤ। ਹੁਣ ਭਗਤਾਂ ਦਾ ਹੋਰ ਕੋਈ ਹੈ ਨਹੀਂ। ਆਖੋ ਸ੍ਰੀ ਵਾਹਿਗੁਰੂ। ਕਿਸੇ ਹੀ ਕੋਈ ਕਿਸੇ ਦਾ ਕੋਈ, ਕਿਸੇ ਦਾ ਕੋਈ, ਕਿਸੇ ਦਾ ਕੋਈ। ਦੁਨੀਆ 'ਚ ਬੜੇ ਲੋਕਾਂ ਦੇ ਧੜੇ ਬਣੇ ਹੋਏ ਨੇ, ਪਾਰਟੀਆਂ ਬਣੀਆਂ ਹੋਈਆਂ ਨੇ, ਰਿਸ਼ਤੇਦਾਰੀਆਂ ਨੇ। ਮਹਾਰਾਜ ਕਹਿੰਦੇ ਕਿਸੇ ਧੜਾ ਕੀਆ, ਕੁੜਮ ਸਕੇ ਨਾਲ ਜਵਾਈ। ਪਿੰਡਾਂ ਵਿੱਚ ਸਾਡੇ ਪਾਕਿਸਤਾਨ 'ਚ ਬਜ਼ੁਰਗ ਦੱਸਦੇ ਹੁੰਦੇ ਨੇ, ਜੇ ਕਿਸੇ ਦੇ 5-7 ਮੁੰਡੇ ਹੋਣ ਤਾਂ ਉਹਨੂੰ ਬੜੀ ਹੁੰਦਾ ਸੀ ਮਾਣ ਵੀ ਮੇਰੇ 7 ਮੁੰਡੇ ਆ, ਮੇਰੇ 8 ਮੁੰਡੇ ਆ, ਮੇਰੇ 10 ਮੁੰਡੇ। 12-12 ਮੁੰਡੇ ਹੁੰਦੇ ਸੀ ਲੋਕਾਂ ਦੇ, 12-12 ਬੱਚੇ ਹੁੰਦੇ ਸੀ। ਅਤੇ ਉਹ ਇਹੀ ਹੁੰਦਾ ਸੀ ਵੀ ਸਾਡੇ ਇੰਨੀਆਂ ਬਾਹਾਂ ਨੇ, ਇੰਨੀਆਂ ਡਾਂਗਾਂ ਨੇ। ਅਤੇ ਜੇ ਕਿਸੇ ਦੇ ਲੜਕੀ 5-7 ਲੜਕੀਆਂ ਹੋ ਜਾਂਦੀਆਂ ਸੀ, ਬੱਚੇ ਲੜਕਾ ਨਾ ਹੋਇਆ, ਲੇਟ ਹੋਇਆ, ਇੱਕ ਅੱਧਾ ਹੋਇਆ, 5-6 ਕੁੜੀਆਂ ਹੋਈਆਂ। ਉਹ ਫਿਰ ਬੰਦਿਆਂ ਕੋਲ ਜ਼ਮੀਨ ਹੋਵੇ, ਜਾਇਦਾਦ ਹੋਵੇ, ਅਤੇ ਹੁਣ 5-7 ਕੁੜੀਆਂ। ਉਹ ਕੀ ਕਰਦੇ ਸੀ, ਉਹ ਆਪਣੇ ਨੇੜੇ ਤੇੜੇ ਕੁੜੀਆਂ ਵਿਆਹੁੰਦੇ ਸੀ। ਪਿੰਡ ਵਿੱਚ ਵਿਆਹ ਲੀਆਂ, ਲਾਗੇ ਪਿੰਡੇ ਬੰਦੇ ਚੰਗਿਆਂ ਵੱਲ ਵਿਆਹਣੀਆਂ ਵੀ ਜਿਹੜੇ ਕੱਲ੍ਹ ਨੂੰ ਸਾਡੇ ਨਾਲ ਖੜ ਜਾਣ, ਧੜਾ ਬਣ ਜਾਣ। ਵੀ ਜੇ ਕੋਈ ਪ੍ਰੋਬਲਮ ਆ ਜਾਵੇ, ਕੋਈ ਦੁਸ਼ਮਣੀ ਬਣ ਜਾਏ, ਕੋਈ ਸ਼ਰੀਕਾ ਭਾਈਚਾਰੇ 10 ਬੰਦੇ ਸਾਡੇ ਨਾਲ ਵੀ ਹੁਣ ਖੜੇ, ਭਾਈਚਾਰਾ ਵੋਟਾਂ ਦੀ ਗਿਣਤੀ ਜਿਵੇਂ ਅੱਜ ਕੱਲ੍ਹ ਹੈ। ਮਹਾਰਾਜ ਗੁਰੂ ਗ੍ਰੰਥ ਸਾਹਿਬ 'ਚ ਲਿਖਦੇ, ਕਹਿੰਦੇ ਕਿਸੇ ਧੜਾ ਕੀਆ, ਕੁੜਮ ਸਕੇ ਨਾਲ ਜਵਾਈ। ਕਿਸੇ ਧੜਾ ਕੀਆ, ਸਿਕਦਾਰ ਚੌਧਰੀ ਨਾਲ, MLA ਨਾਲ, ਕਿਸੇ ਮੰਤਰੀ ਨਾਲ ਫੋਟੋ ਖਿਚਾ ਲੈਣੀ, ਸਾਡੀ ਉਹਦੇ ਨਾਲ ਜਾਣ ਪਛਾਣ ਹੈ।
ਕਿਸੇ ਰਿਸ਼ਤੇਦਾਰਾਂ ਵਿੱਚ, ਭਾਈਚਾਰੇ 'ਚ, ਸਮਾਜ 'ਚ ਆਪਣੀ ਬਣਾ ਲੈਣੀ। ਸਤਿਗੁਰੂ ਕਹਿੰਦੇ ਮੈਂ ਕਿਸੇ ਨਾਲ ਵੀ ਨਹੀਂ ਕੀਤਾ। ਹਮਰਾ ਧੜਾ ਹਰ ਰਿਹਾ ਸਮਾਈ। ਸਾਡਾ ਤਾਂ ਉਹੀ ਧੜਾ ਹੈ, ਕਿਸੇ ਹੀ ਕੋਈ ਕੋਏ, ਕਿਸੇ ਨੂੰ ਕਿਸੇ ਦਾ ਹੋਊ ਭਰੋਸਾ। ਮੰਝ ਨਿਮਾਣੀ ਇੱਕ ਤੂੰ, ਮੇਰਾ ਦਾ ਤੂੰ ਹੀ ਹੈ। ਮਹਾਰਾਜ ਕਹਿੰਦੇ ਹੁਣ ਸੰਤਾਂ ਭਗਤਾਂ ਦਾ ਬਿਰਧ ਬਾਲਣ ਵਾਸਤੇ ਜਦੋਂ ਸੰਤਾਂ ਭਗਤਾਂ 'ਤੇ ਆ ਜਾਂਦੀ ਹੈ ਪੀੜਾ, ਪਰੇਸ਼ਾਨੀ, ਉਸ ਵੇਲੇ ਕੋਈ ਦੁਨਿਆਵੀ ਨੇੜੇ ਨਹੀਂ ਖੜਦਾ ਉਹਨਾਂ ਦੇ। ਫਿਰ ਅਕਾਲ ਪੁਰਖ ਵਾਹਿਗੁਰੂ ਸੱਚਾ ਮਿੱਤਰ ਉਹਨਾਂ ਦੇ ਨਾਲ ਹੁੰਦਾ ਹੈ। ਆਪਣਾ ਬਿਰਧ ਰਖਾਵੈ ਗੋ, ਆਪਣਾ ਬਿਰਧ ਰਖਾਵੈ ਗੋ। ਭਗਤ ਕਬੀਰ ਜੀ ਦੀ ਬੇਟੀ ਕਮਾਲੀ ਦਾ ਵਿਆਹ ਸੀ ਅਤੇ ਕਾਂਸ਼ੀ ਸ਼ਹਿਰ ਦੇ ਵਿੱਚ ਅਜੇ ਵੀ ਕਬੀਰ ਚੌਰਾ ਉੱਥੇ ਅਸਥਾਨ ਦਾ ਨਾਮ ਹੈ, ਜਿੱਥੇ ਮਹਾਰਾਜ ਕਬੀਰ ਸਾਹਿਬ ਜੀ ਖੱਡੀ 'ਤੇ ਆਪਣੀ 10 ਨੋਹਾਂ ਦੀ ਕਿਰਤ ਕਰਕੇ ਗਰੀਬੀ ਦਾਵੇ ਦਾ ਗੁਜ਼ਾਰਾ ਕਰਦੇ ਸੀ। ਅਤੇ ਪੰਡਤ ਆਲੇ ਦੁਆਲੇ ਸ਼ਹਿਰ ਬਨਾਰਸ ਬਾਹਮਣਾਂ ਦਾ ਈਰਖਾ ਬੜੀ ਕਰਦੇ ਸੀ ਵੀ ਇਹ ਜੁਲਾਹਾ ਸ਼ੂਦਰ ਨੀਵੀਂ ਜਾਤ ਦਾ ਭਗਤ ਬਣਿਆ ਫਿਰਦਾ। ਉਹ ਈਰਖਾਲੂ ਪੰਡਤਾਂ ਨੂੰ ਪਤਾ ਲੱਗ ਗਿਆ ਫਲਾਣੇ ਦਿਨ ਕਬੀਰ ਦੀ ਬੇਟੀ ਦਾ ਵਿਆਹ, ਅਤੇ ਕਬੀਰ ਦੀ ਘਰਵਾਲੀ ਮਾਤਾ ਲੋਈ ਇਹ ਕਹਿੰਦੀ ਸੀ ਵੀ ਕਬੀਰ ਸਾਹਿਬ ਜੀ ਕੋਈ ਕਰੋ ਹੀਲਾ, ਕੋਈ ਕਰਜ਼ਾ ਹੀ ਚੁੱਕ ਲਓ ਕਿਸੇ ਕੋਲੋਂ ਉਧਾਰਾ ਮੰਗ ਲਓ, ਬੇਟੀ ਦਾ ਵਿਆਹ ਕਰੀਏ। ਅਤੇ ਕਬੀਰ ਸਾਹਿਬ ਕਹਿੰਦੇ ਆਪਾਂ ਨੂੰ ਉਧਾਰ ਦੇਣਾ ਕਹਿੰਦੇ ਆ। ਉਧਾਰ ਲੋਕ ਉਹਨੂੰ ਦਿੰਦੇ ਆ ਜੇ ਤੋਂ ਵਾਪਸ ਆਉਣ ਦੀ ਉਮੀਦ ਹੋਵੇ। ਲੋਕਾਂ ਨੂੰ ਪਤਾ ਇਹਦੇ ਕੋਲ ਹੈ ਹੀ ਕੁਛ ਨਹੀਂ, ਇਹਨੇ ਮੋੜਨਾ ਕਿੱਥੇ ਹੈ। ਮੇਰੀ ਨਹੀਂ ਕਿਤੇ ਕੋਈ ਦੁਨਿਆਵੀ ਕੋਈ ਨਹੀਂ ਸਹਾਰਾ ਕੋਈ। ਚਲੋ ਇੱਕ ਤਾਂ ਬੇਟੀ ਦਾ ਵਿਆਹ, ਉੱਧਰੋਂ ਬਰਾਤ ਆਉਣੀ। ਪੰਡਤਾਂ ਨੂੰ ਲੱਗ ਗਿਆ ਪਤਾ, ਸ਼ਰਾਰਤ ਦੇ ਨਾਲ ਸਾਰੇ ਸ਼ਹਿਰ 'ਚ ਹਰੀ ਹਰ ਬੋਲ ਦਿੱਤਾ। ਹਰੀ ਹਰ ਉੱਧਰ ਦੀ ਬੋਲੀ ਹੈ, ਜਿਵੇਂ ਆਪਣੇ ਗੁਰਦੁਆਰਿਆਂ ਦੇ ਕੀਰਤਨ ਦਰਬਾਰਾਂ ਦੇ ਇਸ਼ਤਿਹਾਰ ਛਪਦੇ ਨੇ। ਫਲਾਣਾ ਰਾਗੀ ਆਵੇਗਾ, ਫਲਾਣਾ ਕਥਾਵਾਚਕ ਆਵੇਗਾ, ਫਲਾਣਾ ਢਾਡੀ ਜਥਾ ਆਵੇਗਾ, ਫਲਾਣੇ ਪ੍ਰਬੰਧਕ ਨੇ, ਫਲਾਣੇ ਗੁਰੂ ਦੇ ਸੰਬੰਧ 'ਚ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ। ਇਹ ਲਿਖਿਆ ਹੁੰਦਾ ਨਾ, ਥੱਲੇ ਇੱਕ ਜ਼ਰੂਰ ਗੱਲ ਲਿਖਣੀ ਪੈਂਦੀ ਇਸ਼ਤਿਹਾਰ 'ਚ। ਉਹ ਭਲਾ ਕਿਹੜੀ ਹੈ ਕਿ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਜੇ ਉਹ ਨਾ ਲਿਖੀਏ ਤਾਂ ਕੋਈ ਗੁਰਦੁਆਰੇ ਆਉਂਦਾ ਹੀ ਕੋਈ ਨਹੀਂ। ਜੇ ਲੰਗਰ ਨਾ ਹੋਵੇ ਅਤੇ ਮੈਨੂੰ ਇੱਕ ਮਾਈ ਪੁੱਛਦੀ ਬਾਬਾ ਜੀ ਗੁਰਦੁਆਰੇ ਪ੍ਰੋਗਰਾਮ ਕੀ ਹੈ? ਮੈਂ ਉਹਨੂੰ ਡਿਟੇਲ 'ਚ ਦੱਸਣ ਲੱਗ ਪਿਆ, ਫਲਾਣਾ ਰਾਗੀ ਆ ਰਿਹਾ, ਫਲਾਣੇ ਦਾ ਫਲਾਣਾ ਟਾਈਮ। ਕਹਿੰਦੀ ਨਹੀਂ ਲੰਗਰ ਕਦੋਂ ਹੈ? ਲੰਗਰ 'ਤੇ ਧਿਆਨ ਹੁੰਦਾ ਲੋਕਾਂ ਦਾ। ਆਪਣੇ ਲਿਖਿਆ ਹੁੰਦਾ ਵੀ ਗੁਰੂ ਕਾ ਲੰਗਰ ਟੁੱਟ ਵਰਤੇਗਾ, ਅਤੇ ਉੱਧਰ ਲਿਖਿਆ ਹਰੀ ਹਰ। ਬਨਾਰਸ ਚਲੇ ਜਾਓ, ਹਰਿਦੁਆਰ ਚਲੇ ਜਾਓ, ਹਿੰਦੂਆਂ ਦੇ ਮੇਲਿਆਂ 'ਤੇ ਉਹ ਹਰੀ ਹਰ ਦਾ ਮਤਲਬ ਇਹ ਹੁੰਦਾ ਬਈ ਇਸ ਲੰਗਰ 'ਚ ਕੋਈ ਵੀ ਆ ਸਕਦਾ। ਜਿਵੇਂ ਗੁਰੂ ਕਾ ਲੰਗਰ ਟੁੱਟ ਲਿਖ ਦਿੱਤਾ ਆਪਾਂ, ਮੰਨ ਲਓ ਆਪਾਂ ਇਸ਼ਤਿਹਾਰ 'ਚ ਲਿਖ ਦਈਏ ਵੀ ਗੁਰੂ ਕਾ ਲੰਗਰ ਟੁੱਟ ਵਰਤੇਗਾ। ਉਸ ਤੋਂ ਬਾਅਦ ਕੋਈ ਆ ਜੇ ਆਪਾਂ ਕਹਿ ਨਹੀਂ ਸਕਦੇ ਵੀ ਤੈਨੂੰ ਕਿਹਨੇ ਬੁਲਾਇਆ ਸੀ। ਉਹਨੇ ਕਿਹਾ ਉਸ ਇਸ਼ਤਿਹਾਰ 'ਤੇ ਲਿਖਿਆ, ਵੇਖ ਲੈ ਮੈਨੂੰ ਮੈਂ ਤਾਂ ਉੱਥੋਂ ਪੜ੍ਹ ਕੇ ਆਇਆ, ਲੰਗਰ ਤਾਂ ਹੁਣ ਛਕਣਾ ਮੈਂ, ਗੁਰੂ ਕਾ ਲੰਗਰ ਹੈ। ਜਿੱਥੇ ਹਰੀ ਹਰ ਬੋਲਿਆ ਹੋਵੇ ਉੱਥੇ ਇਨਵਾਈਟਡ ਕਾਰਡ ਨਹੀਂ ਚਾਹੀਦਾ। ਉਹ ਤਾਂ ਸਭ ਚੱਲੋ ਆਓ ਜੀ। ਹੁਣ ਵਿਆਹ ਦਾ ਦਿਨ ਸੀਗਾ, ਰੋਟੀ ਬਰਾਤੀਆਂ ਨੂੰ ਨਹੀਂ ਸੀ ਖਵਾਈ ਜਾਣੀ, ਅਤੇ ਉਹਨਾਂ ਨੇ ਸਾਰੇ ਸ਼ਹਿਰ ਨੂੰ ਕਹਿ ਤਾ ਵੀ ਕਬੀਰ ਦੀ ਬੇਟੀ ਦੇ ਵਿਆਹ 'ਤੇ ਬੜਾ ਵੱਡਾ ਬ੍ਰਹਮ ਭੋਜ ਹੋਣਾ। ਕਬੀਰ ਨੇ ਸਾਰਿਆਂ ਨੂੰ ਬੁਲਾਇਆ। ਉੱਥੇ ਲੱਖਾਂ ਹੀ ਸੰਨਿਆਸੀ, ਬੈਰਾਗੀ, ਉਦਾਸੀ, ਬੜੀਆਂ ਕਿਸਮਾਂ ਦੇ ਸਾਧ ਫਿਰਦੇ ਨੇ। ਬੜੇ ਉੱਥੇ ਬ੍ਰਹਮਚਾਰੀ ਵਿਦਿਆਰਥੀ ਪੜ੍ਹਦੇ ਨੇ ਯੂਨੀਵਰਸਿਟੀਆਂ 'ਚ। ਉਹ ਸਾਰੇ ਸੰਤਾਂ ਮਹੰਤਾਂ ਡੇਰਿਆਂ ਤੋਂ ਤੁਰ ਕੇ ਉੱਥੇ ਆ ਜਾਂਦੇ ਜਿੱਥੇ ਹਰੀ ਹਰ ਬੋਲਿਆ ਹੋਵੇ। ਚਲੋ ਕਹਿੰਦੇ ਕਬੀਰ ਦੇ ਘਰ ਲੰਗਰ ਆ। ਹੁਣ ਕਬੀਰ ਦੇ ਘਰ ਆਪਣੇ ਖਾਣ ਨੂੰ ਆਟਾ ਕੋਈ ਨਹੀਂ। ਕਬੀਰ ਸਾਹਿਬ ਉੱਠ ਕੇ ਸ਼ਹਿਰ ਤੋਂ ਬਾਹਰ ਗੰਗਾ ਦੇ ਕਿਨਾਰੇ ਜਾ ਕੇ ਕਿਤੇ ਗੁਪਤ ਹੋ ਕੇ ਪਰਮੇਸ਼ਰ ਦੇ ਭਜਨ 'ਚ ਲੀਨ ਹੋ ਗਏ। ਉੱਧਰੋਂ ਪਰਮੇਸ਼ਰ ਨੇ ਸੋਚਿਆ ਵੀ ਮੇਰਾ ਭਗਤ ਹੈ, ਇਹਦੀ ਹੁਣ ਬੇਇੱਜ਼ਤੀ ਹੋਵੇਗੀ, ਇਹਦੀ ਨਹੀਂ ਹੋਵੇਗੀ। ਇਹਨੂੰ ਕਹਿੰਦੇ ਆਖਣਾ ਕੂਕਰ ਕੋ ਮਾਰਤ ਨਾ ਕੋ ਨਾਮ ਲੈ ਕੇ, ਤਾਹੇ ਮਾਰਤ ਹੈ ਲੈ ਕੇ ਤਾਕੇ ਖਾਮਦ ਕੋ ਨਾਮ ਹੈ। 10ਵੇਂ ਪਾਤਸ਼ਾਹ ਨੇ ਆਪਣੀ ਬਾਣੀ 'ਚ ਬਚਨ ਲਿਖਿਆ, ਕੁੱਤੇ ਨੂੰ ਕੋਈ ਕੁੱਤਾ ਕਹਿ ਕੇ ਡੰਡਾ ਨਹੀਂ ਮਾਰਦਾ, ਕਹਿੰਦੇ ਤੇਰੇ ਸਾਈਂ ਮਰ ਜਾਣ। ਕੁੱਤੇ ਨੂੰ ਕੋਈ ਕੁੱਤਾ ਕਹਿ ਕੇ ਨਹੀਂ ਡੰਡਾ ਮਾਰਦਾ, ਬਲਕਿ ਉਹਦੇ ਮਾਲਕ ਦਾ ਨਾਂ ਲੈ ਕੇ ਡੰਡਾ ਮਾਰਦੇ ਆ।
ਕਬੀਰ ਨੂੰ ਕਿਸੇ ਨੇ ਲਾਂਭਾ ਨਹੀਂ ਦੇਣਾ, ਮੈਨੂੰ ਦੇਣਾ ਹੈ, ਤਾਂ ਉਹ ਪਰਮੇਸ਼ਰ ਕਬੀਰ ਦਾ ਰੂਪ ਧਾਰ ਕੇ ਆ ਗਿਆ। ਉੱਥੇ ਲੰਗਰ ਲੱਗ ਗਏ, ਉੱਥੇ ਹੀ ਹਲਵਾਈ ਬਹਿ ਗਏ, ਉੱਥੇ ਹੀ ਸਭ ਤਰ੍ਹਾਂ ਦੇ ਕੱਪੜੇ ਗਹਿਣੇ, ਵਿਆਹ ਦਾ ਸਾਜੋ ਸਮਾਨ, ਵਿਆਹ ਵੀ ਹੋ ਗਿਆ। ਸਾਰੇ ਸ਼ਹਿਰ ਨੂੰ, ਸਾਧੂ ਸੰਤਾਂ ਨੂੰ, ਗਰੀਬਾਂ ਨੂੰ, ਗੁਰਬਿਆਂ ਨੂੰ, ਬ੍ਰਾਹਮਣਾਂ ਨੂੰ ਲੰਗਰ ਵੀ ਛਕਾਤਾ। ਸਾਰੀ ਦੁਨੀਆ ਤ੍ਰਿਪਤ ਕਰਕੇ ਤੇ ਭਗਤ ਕਬੀਰ ਸਾਹਿਬ ਦੇ ਘਰ ਵਿਆਹ ਦੀ ਸਾਰੇ ਪਾਸੇ ਜਿਵੇਂ ਰਾਜਿਆਂ ਮਹਾਰਾਜਿਆਂ ਦਾ ਵਿਆਹ ਹੁੰਦਾ, ਇੱਦਾਂ ਦੀ ਰੌਣਕ ਕਰਕੇ ਪਰਮੇਸ਼ਰ ਜੀ ਚਲੇ ਗਏ। ਤੀਜੇ ਚੌਥੇ ਦਿਨ ਕਬੀਰ ਸਾਹਿਬ ਜਦੋਂ ਵਾਪਸ ਪਰਤੇ ਘਰ ਵੱਲ, ਤੇ ਬਾਜ਼ਾਰ 'ਚ ਇੱਕ ਬੰਦਾ ਮਿਲਿਆ, ਕਹਿੰਦਾ ਕਬੀਰ ਸਾਹਿਬ ਵਧਾਈ ਹੋਵੇ, ਵਿਆਹ ਬੜਾ ਕਮਾਲ ਦਾ ਕੀਤਾ ਤੁਸੀਂ। ਕਬੀਰ ਸਾਹਿਬ ਸੋਚਦੇ ਵੀ ਟੀਚਰਾਂ ਕਰਦਾ, ਮੈਂ ਤੇ ਘਰ ਹੀ ਕੋਈ ਨਹੀਂ ਸੀ, ਵਿਆਹ ਕਿਹਨੇ ਕਰਨਾ ਸੀ। ਅੱਗੇ ਹੋਰ ਬੰਦਾ ਮਿਲਿਆ, ਉਹ ਵੀ ਉਹੀ ਗੱਲ। ਤੀਜਾ ਚੌਥਾ ਸਾਰਾ ਸ਼ਹਿਰ ਹੀ ਜਦੋਂ ਘਰ ਪਹੁੰਚੇ ਤੇ ਘਰ ਦੀ ਰੌਣਕ ਵੀ ਦੱਸ ਰਹੀ ਸੀ ਵੀ ਇੱਥੇ ਕੋਈ ਬੜਾ ਵੱਡਾ ਫੰਕਸ਼ਨ ਹੋਇਆ। ਸਮਝ ਗਏ। ਉੱਥੇ ਫਿਰ ਇਹ ਬਚਨ ਉਚਾਰਨ ਕੀਤਾ, ਕਬੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਉਹ ਵਾਹਿਗੁਰੂ ਹੀ ਕਰਨ ਵਾਲਾ ਸਾਰਾ ਕੁਝ, ਆਪਣੇ ਭਗਤਾਂ ਦੀ, ਆਪਣੇ ਸੇਵਕ ਹੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਾਂ ਉਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਆਪਣੇ ਸੇਵਕਾਂ ਦੀ ਲਾਜ ਰੱਖਦਾ ਹੈ। ਹਮ ਪਾਥਰ ਲੋਹ ਲੋਹ ਬੜ ਪਾਥਰ। ਹੇ ਵਾਹਿਗੁਰੂ, ਅਸੀਂ ਪੱਥਰ ਹਾਂ, ਅਸੀਂ ਲੋਹੇ ਵਰਗੇ ਹਾਂ, ਅਸੀਂ ਬੜੇ ਹੀ ਜੜ ਬੁੱਧੀ ਵਾਲੇ ਹਾਂ। ਪਾਥਰ ਪਾਪਾਂ ਨਾਲ ਭਾਰੀ ਹੋਇਆ। ਪੱਥਰ ਦਾ ਅਸੀਂ ਪੱਥਰ ਕਿਉਂ ਆ? ਪੱਥਰ ਭਾਰਾ ਹੁੰਦਾ, ਅਸੀਂ ਪਾਪਾਂ ਨਾਲ ਭਾਰੇ ਹੋਏ ਪਏ ਹਾਂ। ਅਸੀਂ ਲੋਹੇ ਹਾਂ, ਅਸੀਂ ਜੰਗਾਲ ਖਾਧੇ ਲੋਹੇ ਹਾਂ, ਸਾਡੀ ਕੋਈ ਵੈਲਿਊ ਨਹੀਂ, ਸਾਡਾ ਕੋਈ ਮੁੱਲ ਨਹੀਂ, ਸਾਡੀ ਕੋਈ ਕੀਮਤ ਨਹੀਂ। ਹੇ ਸੱਚੇ ਪਾਤਸ਼ਾਹ, ਸਾਡੀ ਬੁੱਧੀ ਲੋਹੇ ਵਰਗੀ, ਪੱਥਰ ਵਰਗੀ ਜੜ ਬੁੱਧੀ ਹੈ। ਗੁਰ ਸੰਗਤ ਨਾਵ ਤਰਾਵੈ ਗੋ। ਹੁਣ ਲੋਹਾ ਤੇ ਪੱਥਰ ਨਦੀ ਤੋਂ ਤਰ ਨਹੀਂ ਸਕਦੇ। ਨਦੀ 'ਚ ਤਰਨਾ ਪੱਥਰ ਦੇ ਵੱਸ ਦੀ ਗੱਲ ਨਹੀਂ, ਨਦੀ 'ਚ ਤਰਨਾ ਲੋਹੇ ਦੇ ਵੱਸ ਦੀ ਗੱਲ ਨਹੀਂ। ਨਦੀ ਬੜੀ ਵੱਡੀ ਹੈ, ਅਸੀਂ ਪੱਥਰ ਹਾਂ, ਪਾਪਾਂ ਨਾਲ ਲਿਬੜੇ ਹੋਏ ਪੱਥਰ ਹਾਂ। ਅਸੀਂ ਕਾਮੀਆਂ, ਕ੍ਰੋਧੀਆਂ, ਲਾਲਚੀਆਂ, ਲੋਭੀਆਂ, ਸਾਰੇ ਹੀ ਸਾਡੇ ਜੈਬ ਨੇ, ਸਾਰੇ ਹੀ ਪਾਪ ਨੇ। ਨਦੀ ਬੜੀ ਵੱਡੀ ਹੈ, ਸਮੁੰਦਰ ਬੜਾ ਵੱਡਾ ਜਿਹੜਾ ਤਰਨਾ। ਆਖੋ ਵਾਹਿਗੁਰੂ। ਜਿਹੜੀ ਨਦੀ ਤਰ ਕੇ ਲੰਘਣੀ ਹੈ ਸੰਸਾਰ ਦੀ, ਬੜੀ ਵੱਡੀ ਹੈ। ਅਸੀਂ ਪੱਥਰ ਹਾਂ। ਮਹਾਰਾਜ, ਸਾਨੂੰ ਕਿਸ਼ਤੀ ਚਾਹੀਦੀ ਹੈ, ਸਾਨੂੰ ਬੋਟ ਚਾਹੀਦੀ ਹੈ, ਸਾਨੂੰ ਬੇੜੀ ਚਾਹੀਦੀ ਹੈ, ਜਿਹਦੇ 'ਤੇ ਅਸੀਂ ਪਾਰ ਲੰਘ ਸਕੀਏ। ਉਹ ਕਿਹੜੀ ਬੇੜੀ ਹੈ? ਗੁਰ ਸੰਗਤ ਨਾਵ ਤਰਾਵੈ ਗੋ। ਗੁਰੂ ਦੀ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਉਹ ਇੱਕ ਐਸਾ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ। ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ, ਗੁਰੂ ਪਾਰ ਉਤਾਰਨਹਾਰ। ਗੁਰ ਸੰਗਤ ਨਾਵ ਤਰਾਵੈ ਗੋ। ਸ੍ਰੀ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਦੀ ਸੰਗਤ ਮਿਲ ਜਾਵੇ, ਉਹਦੇ ਪਿਆਰਿਆਂ ਸੰਤਾਂ ਭਗਤਾਂ, ਗੁਰੂ ਕੇ ਸਿੱਖਾਂ ਦੀ ਸੰਗਤ ਮਿਲ ਜਾਵੇ, ਸਾਡਾ ਪਾਪੀਆਂ ਦਾ ਬੇੜਾ ਇਸ ਸੰਸਾਰ ਤੋਂ ਪਾਰ ਲੰਘ ਜਾਵੇ। ਜਿਉ ਸਤ ਸੰਗਤ ਤਰਿਓ ਜੁਲਾਹੋ, ਸੰਤ ਜਨਾ ਮਨ ਭਾਵੈ ਗੋ। ਆਹ, ਜਿਵੇਂ ਸਾਧ ਸੰਗਤ ਕਰਕੇ ਜੁਲਾਹਾ ਤਰ ਗਿਆ। ਜੁਲਾਹੋ ਕਬੀਰ ਸਾਹਿਬ ਵਾਸਤੇ ਵਰਤਿਆ। ਜਿਉਂ ਸਤ ਸੰਗਤ ਤਰਿਓ ਜੁਲਾਹੋ, ਲੋਕਾਂ ਦੀ ਨਿਗਾਹ ਵਿੱਚ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ। ਜਿੰਨੇ ਲੋਕਾਂ ਨੇ ਜੁਲਾਹਿਆਂ ਦੇ ਚੁਟਕਲੇ ਬਣਾਏ ਨੇ, ਇੰਨੇ ਸ਼ਾਇਦ ਕਿਸੇ ਤੇ ਨਾ ਬਣਾਏ ਹੋਣ। ਜੁਲਾਹਿਆਂ ਦੀ ਜਿਹੜੀ ਜਾਤ ਹੈ, ਕਬੀਰ ਸਾਹਿਬ ਦੀ ਜਿਹੜੀ ਬਰਾਦਰੀ ਹੈ, ਉਹਦੇ 'ਤੇ ਲੋਕਾਂ ਨੇ ਬਹੁਤ ਹੀ ਜੋਕ ਬਣਾਏ ਹੁੰਦੇ ਨੇ, ਮਜ਼ਾਕ ਬਣਾਏ ਹੁੰਦੇ ਨੇ, ਲੋਕ ਹੱਸਦੇ ਨੇ। ਕਬੀਰ ਸਾਹਿਬ ਕਹਿੰਦੇ, ਕਬੀਰ ਮੇਰੀ ਜਾਤ ਕੋ ਸਭ ਕੋ ਹਸਣ। ਸਾਰੇ ਹੱਸੀ ਕਰਦੇ ਨੇ, ਮਜ਼ਾਕ ਕਰਦੇ ਨੇ ਵੀ ਜੁਲਾਹਿਆ, ਪਰ ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ। ਜਿਉਂ ਸਤ ਸੰਗਤ ਤਰਿਓ ਜੁਲਾਹੋ। ਸਤਿਗੁਰੂ ਰਾਮਦਾਸ ਕਹਿੰਦੇ, ਸਾਧ ਸੰਗਤ ਕਰਕੇ ਜੁਲਾਹਾ ਤਰ ਗਿਆ। ਜਿਹਨੂੰ ਕਹਿੰਦੇ ਆ ਵੀ ਬੜੀ ਨੀਵੀਂ ਜਾਤ ਦਾ, ਇਹ ਰਾਮ ਰਾਮ ਬੋਲ ਹੀ ਨਹੀਂ ਸਕਦਾ। ਕਬੀਰ ਸਾਹਿਬ ਜੀ ਮਹਾਰਾਜ ਜਦੋਂ ਰਾਮ 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 ਜਪਣ 'ਚ ਮਗਨ ਹੋ ਗਏ, ਤੇ ਪੰਡਤਾਂ ਨੇ ਉੱਥੇ ਬਵੇਲਾ ਖੜਾ ਕਰ ਲਿਆ ਵੀ ਤੈਨੂੰ ਰਾਮ ਨਾਮ ਜਪਣ ਦਾ ਅਧਿਕਾਰ ਕਿਹਨੇ ਦਿੱਤਾ? ਤੇਰਾ ਗੁਰੂ ਕੌਣ ਹੈ? ਕਿਉਂਕਿ ਗੁਰੂ ਤੋਂ ਬਿਨਾਂ ਮੰਤਰ ਲੈ ਕੇ
ਲਿਆ ਨਹੀਂ ਜਾ ਸਕਦਾ ਤੇ ਗੁਰੂ ਤੋਂ ਬਿਨਾਂ ਮੰਤਰ ਜਪਿਆ ਨਹੀਂ ਜਾ ਸਕਦਾ। ਤੂੰ ਮੰਤਰ ਚੋਰੀ ਕੀਤਾ, ਕਿੱਥੋਂ ਜਪਿਆ? ਕਬੀਰ ਸਾਹਿਬ ਕਹਿੰਦੇ ਮੈਂ ਗੁਰੂ ਰਾਮਾਨੰਦ ਜੀ ਮਹਾਰਾਜ ਤੋਂ ਲਿਆ। ਰਾਮਾਨੰਦ ਉਹ ਤਾਂ ਬ੍ਰਾਹਮਣ ਹਨ, ਉਹ ਤਾਂ ਸ਼ੂਦਰ ਨੂੰ ਮੰਤਰ ਦੇ ਨਹੀਂ ਸਕਦੇ। ਸਾਰੇ ਬ੍ਰਾਹਮਣ ਇਕੱਠੇ ਹੋ ਕੇ ਰਾਮਾਨੰਦ ਦੇ ਆਸ਼ਰਮ ਪਹੁੰਚ ਗਏ। ਭਾਈ ਗੁਰਦਾਸ ਜੀ ਨੇ ਕਥਾ 10ਵੀਂ ਵਾਰ 'ਚ ਲਿਖੀ ਹੈ, ਕਹਿੰਦੇ ਹੋਏ ਬਿਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਰਾਮਾਨੰਦ ਜੀ ਉੱਥੇ ਆਪਣੇ ਆਸ਼ਰਮ 'ਚ ਬੈਠੇ ਨੇ। ਪੰਡਤਾਂ ਨੇ ਆ ਰੌਲਾ ਪਾਇਆ, ਰਾਮਾਨੰਦ ਜੀ ਬਾਹਰ ਆਓ। ਉਹ ਬਾਹਰ ਆਏ। ਹਾਂ ਪੰਡਤ ਜੀ ਕੀ ਹੁਕਮ ਹੈ? ਤੁਸੀਂ ਸ਼ੂਦਰਾਂ ਨੂੰ ਮੰਤਰ ਦੇਣ ਲੱਗ ਪਏ ਹੋ, ਜੁਲਾਹਿਆਂ ਨੂੰ, ਉਹ ਵੀ ਮੁਸਲਮਾਨਾਂ ਦੇ ਮੁੰਡੇ ਨੂੰ ਰਾਮ ਰਾਮ ਦਾ ਮੰਤਰ ਦਿੱਤਾ। ਕਿ ਵੀ ਉਹ ਰਾਮਾਨੰਦ ਜੀ ਕਹਿੰਦੇ ਭਾਈ ਤੁਹਾਡੀ ਹੋਸ਼ ਟਿਕਾਣੇ ਹੈ, ਵੀ ਤੁਸੀਂ ਕੀ ਗੱਲਾਂ ਕਰ ਰਹੇ ਹੋ? ਮੈਂ ਕਿਸੇ ਜੁਲਾਹੇ ਨੂੰ ਜਾਣਦਾ ਨਹੀਂ, ਮੈਂ ਕਿਸੇ ਜੁਲਾਹੇ ਨੂੰ ਮੰਤਰ ਦਿੱਤਾ ਨਹੀਂ। ਉਹ ਕਹਿੰਦੇ ਨਹੀਂ, ਉਹ ਕਬੀਰ ਜੁਲਾਹਿਆਂ ਦਾ ਮੁੰਡਾ ਮੁਸਲਮਾਨਾਂ ਦਾ, ਉਹ ਰਾਮ ਰਾਮ ਜਪ ਰਿਹਾ। ਉਹਨੂੰ ਪੁੱਛਿਆ ਤੂੰ ਕਿੱਥੋਂ ਲਿਆ? ਉਹ ਕਹਿੰਦਾ ਕਿ ਗੁਰੂ ਮੇਰੇ ਰਾਮਾਨੰਦ ਜੀ ਹਨ। ਕਬੀਰ ਨੂੰ ਬੁਲਾਓ। ਬੁਲਾਇਆ ਗਿਆ। ਹਾਂ ਵੀ ਕਬੀਰ ਭਾਈ ਅਸੀਂ ਤੈਨੂੰ ਕਦੋਂ ਰਾਮ ਨਾਮ ਦਿੱਤਾ? ਤੂੰ ਕਦੋਂ ਸਾਡਾ ਚੇਲਾ ਬਣ ਗਿਆ? ਕਦੋਂ ਤੂੰ ਸਾਨੂੰ ਮਿਲਿਆ? ਕਹਿਣ ਲੱਗੇ ਗੁਰਦੇਵ ਅੱਜ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਤੁਸੀਂ ਜਦੋਂ ਗੰਗਾ ਤੇ ਪੰਚ ਗੰਗਾ ਘਾਟ, ਸਾਧ ਸੰਗਤ ਜੀ ਕਦੀ ਬਨਾਰਸ ਜਾਓ, ਸਾਡਾ ਬਹੁਤ ਇਤਿਹਾਸ ਉੱਥੇ ਵੀ ਪਿਆ। ਪਹਿਲੀ ਪਾਤਸ਼ਾਹੀ ਤੇ 9ਵੀਂ ਪਾਤਸ਼ਾਹੀ ਦਾ ਸਥਾਨ ਉੱਥੇ ਹੈ। ਗੁਰੂ ਸਾਹਿਬਾਂ ਦੇ ਹੱਥ ਲਿਖਤ ਹੁਕਮਨਾਮੇ ਵੀ ਉੱਥੇ ਬਹੁਤ ਗੁਰੂ ਤੇਗ ਬਹਾਦਰ ਸਾਹਿਬ ਦੇ ਪਏ ਨੇ, ਤੇ ਭਗਤ ਕਬੀਰ ਸਾਹਿਬ ਤੇ ਭਗਤ ਰਵਿਦਾਸ ਜੀ ਦੇ ਵੱਖਰੇ ਵੱਖਰੇ ਸਥਾਨ ਵੀ ਉੱਥੇ ਨੇ। ਤੇ ਭਗਤ ਰਾਮਾਨੰਦ ਜੀ ਮਹਾਰਾਜ ਦਾ ਉੱਥੇ ਸਥਾਨ ਪੰਚ ਗੰਗਾ ਘਾਟ, ਉਹ ਜਿੱਥੋਂ ਉਤਰਦੇ ਸਨ। ਪੌੜੀਆਂ ਬਣੀਆਂ ਹੋਈਆਂ ਸੀ ਨਦੀ ਦੇ ਵਿੱਚ ਉਤਰਨ ਵਾਲੀਆਂ। ਭਗਤ ਕਬੀਰ ਸਾਹਿਬ ਉੱਥੇ ਜਾ ਕੇ ਲੰਮੇ ਪੈ ਗਏ, ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਮੈਂ ਰਾਮਾਨੰਦ ਜੀ ਕੋਲ ਸਿੱਧਾ ਜਾ ਕੇ ਕਹਾਂਗਾ ਮੰਤਰ ਦੇ ਦਿਓ, ਉਹਨਾਂ ਨੇ ਦੇਣਾ ਨਹੀਂ, ਮਜਬੂਰੀ ਉਹਨਾਂ ਦੀ ਵੀ। ਉਹਨਾਂ ਨੂੰ ਵੀ ਪੰਡਤਾਂ ਨੇ ਬੰਨਿਆ ਹੋਇਆ ਮਰਿਆਦਾ ਵਿੱਚ। ਮਹਾਰਾਜ ਤੁਸੀਂ ਜਦੋਂ ਸਵੇਰੇ ਇਸ਼ਨਾਨ ਕਰਨ ਉਤਰ ਰਹੇ ਸੀ, ਮੈਂ ਉੱਥੇ ਪੌੜੀਆਂ 'ਤੇ ਲੰਮਾ ਪਿਆ ਸੀ ਤੇ ਤੁਹਾਡੇ ਚਰਨ ਮੇਰੇ ਸਿਰ ਨੂੰ ਲੱਗੇ ਸੀ, ਠੋਕਰ ਵੱਜੀ ਸੀ, ਤੇ ਤੁਹਾਡੀ ਰਸਨਾ ਤੋਂ ਮਹਾਰਾਜ ਬਚਨ ਨਿਕਲਿਆ ਸੀ। ਆਪ ਜੀ ਨੇ ਫਰਮਾਇਆ ਸੀ ਉਠੋ ਰਾਮ ਕੇ ਰਾਮ ਕਹੋ। ਬਸ ਤੁਹਾਡੇ ਚਰਨ ਮੇਰੇ ਸੀਸ ਨੂੰ ਛੂਹ ਗਏ, ਤੁਹਾਡੇ ਬਚਨ ਮੇਰੇ ਕੰਨਾਂ ਰਾਹੀਂ ਮੇਰੇ ਹਿਰਦੇ 'ਚ ਪਹੁੰਚ ਗਏ। ਮਹਾਰਾਜ ਤੁਸੀਂ ਰਾਮ ਕੇ ਰਾਮ ਕਹੋ, ਤੇ ਫਿਰ ਮੈਂ ਰਾਮ ਰਾਮ ਕਹਿਣਾ ਸ਼ੁਰੂ ਕਰਤਾ, ਮੇਰੇ ਤੇ ਕਲਾ ਵਰਤ ਗਈ। ਭਾਈ ਸਾਹਿਬ ਗੁਰਦਾਸ ਜੀ ਲਿਖਦੇ ਨੇ ਹੋਏ ਬਿਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਹਾਵਣ ਗੰਗਾ ਤਾਈ। ਗੰਗਾ ਇਸ਼ਨਾਨ ਕਰਨ ਗਏ, ਉੱਥੇ ਕਬੀਰ ਨੂੰ ਗੁਰਮੰਤਰ ਦੇਤਾ ਤੇ ਕਬੀਰ ਦੇ ਰੋਮ ਰੋਮ 'ਚ ਰਾਮ ਰਾਮ ਵਸ ਗਿਆ। ਰਾਮਾਨੰਦ ਜੀ ਪੰਡਤਾਂ ਨੂੰ ਕਹਿੰਦੇ ਪੰਡਤ ਜੀ ਜਾਓ ਵਾਪਸ, ਇਹ ਕੰਮ ਹੋ ਗਿਆ ਜਿਹੜਾ ਹੋਣਾ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਵਾਪਸ ਨਹੀਂ ਹੋ ਸਕਦਾ, ਇਹ ਤੇ ਰੋਮ ਰੋਮ 'ਚ ਵਸ ਗਿਆ, ਹੁਣ ਇਹਨੂੰ ਕੋਈ ਕੱਢ ਨਹੀਂ ਸਕਦਾ। ਮਹਾਰਾਜ ਗੁਰੂ ਰਾਮਦਾਸ ਕਹਿੰਦੇ ਜਿਉਂ ਸਤ ਸੰਗਤ ਤਰਿਓ ਜੁਲਾਹੋ। ਹਾਂਜੀ ਸੰਤ ਜਨਾਮ ਨ ਭਾਵੈ ਗੋ। ਕਹਿੰਦੇ ਸੰਤਾਂ ਦੇ ਮਨ ਵਿੱਚ ਜਦੋਂ ਕੋਈ ਗੱਲ ਭਾ ਜਾਂਦੀ ਹੈ ਨਾ, ਕੋਈ ਬੰਦਾ ਸੰਤਾਂ ਦੀ ਸੇਵਾ ਕਰੇ, ਸੰਤਾਂ ਦੀ ਸੰਗਤ 'ਚ ਪ੍ਰਵਾਨ ਚੜ੍ਹ ਜੇ, ਕੋਈ ਸਾਧੂ ਮਹਾਤਮਾ ਕਿਸੇ ਸੇਵਕ ਦੀ ਸੇਵਾ ਤੇ ਰੀਝ ਪਵੇ, ਗੱਲ ਉਦੋਂ ਬਣਦੀ ਹੈ। ਐਵੇਂ ਗੱਲਾਂ ਬਾਤਾਂ ਨਾਲ ਜੋ ਮਰਜ਼ੀ ਕੋਈ ਕਰੀ ਜਾਓ, ਬਿਨਾਂ ਸਾਧ ਸੰਗਤ ਦੇ ਪ੍ਰਾਪਤੀ ਨਹੀਂ। ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਨੇ ਲਿਖਤਾ ਬਿਨਾਂ ਸਾਧੂ ਨਾ ਸਿੱਧਿਅਤੇ। ਬਿਨਾਂ ਸਾਧੂ ਦੇ ਪਰਮ ਪਦ ਦੀ ਪ੍ਰਾਪਤੀ ਕਿਸੇ ਨੂੰ ਨਹੀਂ ਹੋਈ, ਨਹੀਂ ਹੋਈ, ਨਹੀਂ ਹੋਈ। ਆਖੋ ਸ੍ਰੀ ਵਾਹਿਗੁਰੂ। ਸਤ ਸੰਗਤ ਵੱਡੀ ਚੀਜ਼ ਹੈ ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਹਾਂਜੀ ਇਹ ਪਵਿੱਤਰ ਬਾਣੀ ਸਾਨੂੰ ਦੱਸ ਰਹੀ ਹੈ। ਅੱਜ ਸਾਡੇ ਸਮਾਜ ਵਿੱਚ ਸਾਧ ਸੰਗਤ ਜੀ ਬਹੁਤ ਪ੍ਰਕਾਰ ਦੀਆਂ ਭ੍ਰਾਂਤੀਆਂ, ਜਿਹੜੇ ਲੋਕ ਬਾਣੀ ਨਹੀਂ ਪੜ੍ਹਦੇ, ਇਤਿਹਾਸ ਨਹੀਂ ਪੜ੍ਹਦੇ, ਗੁਰਬਾਣੀ ਤੋਂ ਦੂਰ ਹਨ, ਉਹ ਇੰਟਰਨੈੱਟ ਦਾ ਗਿਆਨ ਸਾਨੂੰ ਖਰਾਬ ਕਰ ਰਿਹਾ। ਫੇਸਬੁੱਕ ਵਟਸਐਪ 'ਤੇ ਜੋ ਕੁਝ ਪਾ ਦਿੰਦਾ ਉਹੀ ਅਸੀਂ ਗੁਰਮਤਿ ਸਮਝ ਲੈਂਦੇ ਹਾਂ। ਅਤੇ ਮੈਨੂੰ ਪਤਾ ਨਹੀਂ ਵੀ ਜਿਹੜੇ ਬੰਦੇ ਨੂੰ ਊੜਾ ਨਹੀਂ ਨਾ ਆਉਂਦਾ,
ਮੂਲ ਮੰਤਰ ਦਾ ਪਾਠ ਨਹੀਂ ਆਉਂਦਾ, ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ, ਉਹ ਸਾਨੂੰ ਗੁਰਮਤਿ ਸਮਝਾਉਣ ਆ ਜਾਂਦੇ। ਆਖੇ ਜੀ ਗੁਰਮਤਿ ਆਹ ਕਹਿੰਦੀ ਹੈ। ਉਹਨਾਂ ਨੂੰ ਪੁੱਛੀਏ ਵੀ ਗੁਰਮਤਿ ਕਿਹੜੇ ਗ੍ਰੰਥ 'ਚ ਲਿਖੀ ਜਿਹੜੀ ਤੁਹਾਡੇ ਵਾਲੀ ਹੈ? ਫੇਸਬੁੱਕ ਦੀ ਪੋਥੀ ਤੇ ਤਾਂ ਪ੍ਰਵਾਨ ਹੋਣੀ ਕੋਈ ਨਹੀਂ। ਖਾਲਸਾ ਜੀ, ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹੋ। ਬਾਣੀ ਪੰਖ ਪਛਾਣੋ, ਸਿੰਘ ਗੁਰੂ ਕਾ ਪੰਖੀ ਜਾਣੋ। ਇਹ ਜਿਉਂ-ਜਿਉਂ ਖੋਜੋਗੇ ਨਾ ਤਿਉਂ-ਤਿਉਂ ਪਾਓਗੇ। ਗੁਰਬਾਣੀ ਦੇ ਵਿੱਚ ਸਾਰੇ ਪਦਾਰਥ ਨੇ। ਭਾਈ ਗੁਰਦਾਸ ਜੀ ਨੇ ਲਿਖਿਆ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨੇਚੈ ਪ੍ਰਸਾਦ ਪਾਵਈ। ਕਹਿੰਦੇ ਸਮੁੰਦਰ 'ਚ ਸਾਰਾ ਕੁਝ ਹੈ, ਪਰ ਸਾਰਿਆਂ ਨੂੰ ਲੱਭਦਾ ਨਹੀਂ। ਜਿਹੜੇ ਕਿਨਾਰਿਆਂ 'ਤੇ ਖੜੇ ਰਹਿੰਦੇ ਘੋਗੇ ਹੀ ਚੁਗਦੇ ਆ। ਜੇ ਮੋਤੀ ਹੀਰੇ ਲੱਭਣੇ ਆ ਤੇ ਡੂੰਘਾ ਜਾਣਾ ਪੈਂਦਾ। ਇੱਦਾਂ ਗੁਰੂ ਗ੍ਰੰਥ ਸਾਹਿਬ ਤੈਸੇ ਗੁਰਬਾਣੀ ਵਿਸ਼ੇ ਸਕਲ ਪਦਾਰਥ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਾਰਾ ਕੁਛ ਹੈ। ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ। ਜਿਹੜਾ ਵੀ ਇਹਨੂੰ ਖੋਜੇਗਾ, ਜਿਹੜਾ ਬਾਣੀ 'ਚ ਚੁੱਭੀ ਮਾਰੇਗਾ, ਉਹਨੂੰ ਹੀ ਹੀਰੇ ਮੋਤੀ ਰਤਨ ਜਵਾਹਰਾਤ ਲੱਭਣਗੇ। ਰੋਜ਼ ਪੜ੍ਹਦੇ ਆ ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਕ ਗੁਰੂ ਦੀ ਸਿੱਖਿਆ ਸੁਣ ਲਓ, ਗੁਰੂ ਗ੍ਰੰਥ ਸਾਹਿਬ ਦੀ ਇੱਕ ਬਚਨ ਸੁਣ ਲਓ, ਤੁਹਾਡੀ ਮੱਤ ਵਿੱਚ ਰਤਨ ਜਵਾਹਰ ਹੀਰੇ ਪ੍ਰਗਟ ਹੋ ਜਾਂਦੇ ਆ। ਤੇ ਜੇ ਗੁਰਬਾਣੀ ਨਾਲ ਜੁੜੋਗੇ ਤੇ ਹੋਣਗੇ ਹੀ। ਇਤਨੇ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ। ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ। ਹਮ ਪਾਥਰ ਲੋਹ ਲੋਹ ਬੜ ਪਾਥਰ, ਗੁਰ ਸੰਗਤ ਨਾਮ ਤਰਾਵੈ ਗੋ। ਜੋ ਸਤ ਸੰਗਤ ਤਰਿਓ ਜੁਲਾਹੋ, ਸੰਤ ਜਨਾ ਮਨ ਭਾਵੈ ਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣ ਲਓ ਗੁਰੂ ਗ੍ਰੰਥ ਸਾਹਿਬ ਦੀ ਇੱਕ ਬਚਨ ਸੁਣ ਲਓ, ਤੁਹਾਡੀ ਮੱਤ ਵਿੱਚ ਰਤਨ ਜਵਾਹਰ ਨਾਲ ਜੁੜੋਗੇ ਤੇ ਹੋਣਗੇ ਹੀ। ਤੇ ਜੇ ਗੁਰੂ